ਤੁਸੀਂ ਮਾਰਕੀਟ ਦੇ ਵਿੱਚ ਐਨਾਲਾਈਜ਼ ਕਰਨਾ ਆ ਕਿ ਤੁਹਾਡੀ ਜੌਬ ਕਿੱਦਾਂ ਦੀ ਹੈ, ਤੁਹਾਡੀ ਇਨਕਮ ਕਿੱਦਾਂ ਦੀ ਹੈ, ਕਿਉਂਕਿ ਤੁਸੀਂ ਪੇਮੈਂਟ ਦੇਣੀ ਹੈ ਜਦੋਂ ਪ੍ਰਾਪਰਟੀ ਦੋਗੇ। ਜੇ ਤੁਸੀਂ ਕੁਆਲੀਫਾਈ ਕਰ ਸਕਦੇ ਹੋ ਜਾਂ ਕਰਦੇ ਹੋ ਇੱਕ ਕੌਂਡੋ ਵਾਸਤੇ ਤੇ ਦੇਖ ਰਹੇ ਹੋ ਘਰ ਨਹੀਂ ਲੈ ਸਕੋਗੇ। ਹੋ ਸਕਦਾ ਤੁਸੀਂ ਘਰ ਲੈ ਸਕਦੇ ਹੋ, 2 ਲੈਵਲ ਘਰ ਲੈ ਸਕਦੇ ਹੋ ਜਿਹਦੇ ਚ ਲੀਗਲ ਬੇਸਮੈਂਟ ਵੀ ਹੋਵੇ, ਤੇ ਤੁਸੀਂ ਇੱਕ ਛੋਟਾ ਜਿਹਾ ਕੌਂਡੋ ਲੈਣ ਦੀ ਸੋਚ ਰਹੇ ਹੋ, ਉਹ ਵੀ ਗਲਤ ਹੈ। ਗਵਰਨਮੈਂਟ ਵੱਲੋਂ ਬਹੁਤ ਸਾਰੀ ਸਹਾਇਤਾ ਦਿੱਤੀ ਜਾਂਦੀ ਹੈ, ਉਹਦੇ ਵਿੱਚ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ 5% ਡਾਊਨ ਦੇ ਨਾਲ ਤੁਹਾਨੂੰ ਘਰ ਮਿਲ ਜਾਏਗਾ। ਪਰ ਹੁਣ ਇਹ ਦੱਸੋ ਕਿ 5% ਡਾਊਨ ਕਿੰਨੇ ਜਿਹੜੀ ਤੱਕ ਦੀ ਜਿਹੜੀ ਪ੍ਰਾਪਰਟੀ ਅਸੀਂ ਲੈ ਸਕਦੇ ਹਾਂ ਉਹਦੇ ਲਈ? ਆਮ ਇਹ ਲੋਕ ਕਹਿੰਦੇ ਦੂਜੀ ਪ੍ਰਾਪਰਟੀ 5% ਡਾਊਨ ਪੇਮੈਂਟ ਨਾਲ ਨਹੀਂ ਲੈ ਸਕਦੇ, ਪਰ ਮੈਂ ਇਹ ਕਹਿਣਾ ਕਿ ਨਹੀਂ ਲੈ ਸਕਦੇ। ਸੇਵਿੰਗ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਡਾਊਨ ਪੇਮੈਂਟ ਤੁਹਾਡੀ ਸੇਵਿੰਗ ਤੋਂ ਆਏਗੀ। ਇਹ ਸ਼ੁਰੂਆਤ ਕਰਨੀ ਹੈ ਸੇਵਿੰਗ ਬੈਂਕ 'ਚ ਪਾਉਣੀ ਹੈ। ਤੁਸੀਂ ਆਪਣੇ ਰਿਸ਼ਤੇਦਾਰਾਂ ਕੋਲੋਂ ਗਿਫਟ ਲੈਟਰ ਲੈ ਸਕਦੇ ਹੋ, ਚਾਹੇ ਤੁਹਾਡੇ ਰਿਸ਼ਤੇਦਾਰ ਇੰਡੀਆ ਬੈਠੇ ਨੇ ਜਾਂ ਕੈਨੇਡਾ ਬੈਠੇ ਨੇ ਜਾਂ US ਰਹਿੰਦੇ ਨੇ ਜਾਂ ਦੁਨੀਆ ਦੇ ਕਿਸੇ ਵੀ ਕਾਰਨਰ ਤੇ ਰਹਿੰਦੇ ਨੇ। ਤੁਸੀਂ ਉਹ ਗਿਫਟ ਲੈਟਰ ਲੈ ਕੇ ਪੈਸੇ ਐਜ਼ ਅ ਡਾਊਨ ਪੇਮੈਂਟ ਯੂਜ਼ ਕਰ ਸਕਦੇ ਹੋ। ਬੈਂਕ ਵਾਲੇ ਆ ਜਿਹੜੇ ਉਹ ਕਿਤੇ ਵੀ ਜਾ ਕੇ ਤੁਹਾਨੂੰ ਕੁਝ ਨਾ ਕੁਝ ਪੁੱਛ ਸਕਦੇ ਆ। ਹੁਣ ਮਨੀ ਤੁਸੀਂ ਡਿਪੋਜ਼ਿਟ ਕਰਵਾਈ ਆ, ਉਹ ਕਿੰਨੇ ਟਾਈਮ ਪਹਿਲਾਂ ਕਰਵਾਉਣੀ ਚਾਹੀਦੀ ਹੈ? ਹੁਣ ਸਡਨਲੀ ਤੁਹਾਡੇ ਅਕਾਊਂਟ 'ਚ ਮਨੀ ਆ ਗਈ, ਬੈਂਕ ਪੁੱਛ ਸਕਦਾ ਤੁਹਾਨੂੰ? ਜੇ ਤੁਹਾਡੇ ਕੋਲ ਮਨੀ 90 ਡੇਜ਼ ਪਹਿਲਾਂ ਦੀ ਪਈ ਹੋਈ ਆ ਆਪਦੇ ਅਕਾਊਂਟ ਦੇ ਵਿੱਚ, ਫਿਰ ਯੂਜ਼ਲੀ ਉਹ ਕਈ ਵਾਰ ਨਹੀਂ ਪੁੱਛਦੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਬਿਜ਼ਨਸ ਕਨੈਕਟ ਦੇ ਵਿੱਚ ਸਵਾਗਤ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਕਰਾਂਗੇ ਮੌਰਗੇਜ ਦੇ ਬਾਰੇ, ਕਿਉਂਕਿ ਮੌਰਗੇਜ ਜਦੋਂ ਲੋਅਰ ਮੇਨਲੈਂਡ ਦੀ ਗੱਲ ਆਉਂਦੀ ਹੈ ਤਾਂ ਹਮੇਸ਼ਾ ਮਾਰਕੀਟ ਹੌਟ ਰਹਿੰਦੀ ਹੈ। ਤੇ ਇਸ ਵਿਚਕਾਰ ਸਾਨੂੰ ਕਿਹੜੀਆਂ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਏ, ਚਾਹੇ ਤੁਸੀਂ ਇਨਵੈਸਟਮੈਂਟ ਪ੍ਰਾਪਰਟੀ ਖਰੀਦ ਰਹੇ ਹੋ, ਚਾਹੇ ਫਸਟ ਟਾਈਮ ਹੋਮ ਬਾਇਰ ਹੋ, ਤੇ ਜਾਂ ਤੁਸੀਂ ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਲੈਣੀ ਹੈ। ਕੀ ਪ੍ਰੀ ਅਪਰੂਵਲ ਕਿੰਨੀ ਕੁ ਜ਼ਰੂਰੀ ਹੈ, ਲੋਨ ਅਪਰੂਵਲ ਕਿੰਨੀ ਕੁ ਜ਼ਰੂਰੀ ਹੈ, ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਧਿਆਨ 'ਚ ਰੱਖਣੀਆਂ ਚਾਹੀਦੀਆਂ, ਜਿਹੜੀਆਂ ਕਰਨੀਆਂ ਨਹੀਂ ਚਾਹੀਦੀਆਂ। ਸੋ ਬੇਸਿਕਲੀ ਡੂਜ਼ ਐਂਡ ਡੋਂਟਸ ਕੀ ਹੋ ਸਕਦੇ ਨੇ ਜਦੋਂ ਮੌਰਗੇਜ ਖਰੀਦਣੀ ਹੈ। ਤੇ ਇਹ ਸਾਰੇ ਸਵਾਲਾਂ ਦੇ ਲਈ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਟਾਈਮਜ਼ ਮੌਰਗੇਜ ਤੋਂ ਮਿਸਟਰ ਵਿਨੇ ਸ਼ਰਮਾ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸ਼ਰਮਾ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਰਸ਼ ਜੀ, ਤੁਹਾਨੂੰ ਔਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਮੈਨੂੰ ਪਤਾ ਤੁਸੀਂ ਅਕਸਰ ਬਿਜ਼ੀ ਰਹਿੰਦੇ ਹੋ ਤੇ ਬੜੇ ਟਾਈਮ ਬਾਅਦ ਅੱਜ ਸਟੂਡੀਓ ਦੇ ਵਿੱਚ ਆਉਣ ਦਾ ਤੁਹਾਡਾ ਮੌਕਾ ਮਿਲਿਆ। ਇੱਕ ਵਾਰ ਫਿਰ ਤੋਂ ਥੈਂਕ ਯੂ ਕਹਿੰਦੇ ਆ ਤੁਹਾਡਾ। ਮੌਰਗੇਜ ਦੇ ਸੰਬੰਧੀ ਬਹੁਤ ਸਾਰੇ ਸਵਾਲ ਨੇ, ਪਰ ਉਸ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਹੁਣ 2021 ਦੇ ਅਸੀਂ ਐਂਡ ਦੇ ਵਿੱਚ ਬੈਠੇ ਹਾਂ। ਹੁਣ ਐਂਡ ਦੇ ਵਿੱਚ ਬਹੁਤ ਸਾਰੀਆਂ ਕੰਪਲੀਸ਼ਨਸ ਹੋਣੀਆਂ ਹੁੰਦੀਆਂ, ਬਹੁਤ ਸਾਰੇ ਲੋਕ ਘਰ ਲੈਂਦੇ ਨੇ, ਕਿਉਂਕਿ ਇੱਕ ਨਾ ਸਾਡੀ ਧਾਰਨਾ ਬਣੀ ਹੋਈ ਹੈ ਕਿ ਅਗਲੇ ਸਾਲ ਸ਼ਾਇਦ ਪ੍ਰਾਪਰਟੀ ਦੇ ਰੇਟ ਵੱਧ ਜਾਣ। ਲੋਅਰ ਮੇਨਲੈਂਡ ਦੇ ਵਿੱਚ ਤਾਂ ਹੁੰਦਾ ਵੀ ਹੈ, ਮਾਰਕੀਟ ਹਮੇਸ਼ਾ ਹੌਟ ਰਹਿੰਦੀ ਹੈ। ਤੁਹਾਡੇ ਲਈ ਜਿਹੜਾ ਇਹ ਟਾਈਮ ਹੁੰਦਾ ਈਅਰ ਦਾ, ਕਿੰਨਾ ਕੁ ਬਿਜ਼ੀ ਹੁੰਦਾ? ਐਗਜ਼ੈਕਟਲੀ ਜਿਵੇਂ ਤੁਸੀਂ ਦੱਸਿਆ ਕਿ ਈਅਰ ਐਂਡ ਹੈ, ਬਹੁਤ ਸਾਰੇ ਲੋਕਾਂ ਨੇ ਪ੍ਰਾਪਰਟੀਜ਼ ਟਾਈ ਅਪ ਕੀਤੀਆਂ ਹੁੰਦੀਆਂ, ਔਰ ਜਦੋਂ ਵਿੰਟਰ ਆਉਂਦੀ ਹੈ ਨਾ ਜੀ, ਜਿਹੜੇ ਸਪੈਸ਼ਲੀ ਮੇਨ ਸਟਰੀਮ ਕਮਿਊਨਿਟੀ ਦੇ ਲੋਕ ਨੇ ਉਹ ਥੋੜ੍ਹਾ ਜਿਹਾ ਜਿਹੜੇ ਬਿਜ਼ੀ ਆਪਣੇ ਫੈਮਿਲੀ ਦੇ ਨਾਲ ਹੋ ਜਾਂਦੇ ਨੇ, ਕਿਉਂਕਿ ਫੈਸਟੀਵਲ ਸੀਜ਼ਨ ਸ਼ੁਰੂ ਹੋ ਜਾਂਦਾ। ਕ੍ਰਿਸਮਸ ਜਸਟ ਅਕ੍ਰੋਸ ਦਾ ਕਾਰਨਰ ਹੈਗੀ, ਆਉਣ ਵਾਲੀ ਆ, ਤੇ ਇਸ ਕਰਕੇ ਪ੍ਰਾਪਰਟੀਜ਼ ਜਿਹੜੀਆਂ ਨੇ ਉਹ ਘੱਟ ਜਾਂਦੀਆਂ ਨੇ, ਕਿਉਂਕਿ ਉਹ ਪ੍ਰਾਪਰਟੀਆਂ ਸੇਲ ਤੇ ਨਹੀਂ ਲਾਉਂਦੇ। ਉਹ ਜ਼ਿਆਦਾਤਰ ਆਪਣੇ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਨੇ। ਸਮਰ ਦੇ ਵਿੱਚ ਜ਼ਿਆਦਾ ਪ੍ਰਾਪਰਟੀਆਂ ਮਾਰਕੀਟ ਦੇ ਵਿੱਚ ਆ ਜਾਂਦੀਆਂ। ਹੁਣ ਇਹ ਆ ਵੀ ਡਿਮਾਂਡ ਜ਼ਿਆਦਾ ਆ ਤੇ ਸਪਲਾਈ ਘੱਟ ਗਈ, ਇਸ ਕਰਕੇ ਮਾਰਕੀਟ ਬਿਜ਼ੀ ਹੋ ਜਾਂਦੀ ਹੈ। ਜੇ ਰੀਅਲ ਸਟੇਟ ਦੀ ਮਾਰਕੀਟ ਬਿਜ਼ੀ ਹੁੰਦੀ ਆ ਤਾਂ ਮੌਰਗੇਜ ਦੀ ਮਾਰਕੀਟ ਨਾਲ ਹੀ ਬਿਜ਼ੀ ਹੋ ਜਾਂਦੀ ਹੈ। ਸੋ ਕਾਫੀ ਬਿਜ਼ੀ ਹੈ ਟਾਈਮ। ਦੂਜਾ ਇਹ ਹੈ ਵੀ ਕ੍ਰਿਸਮਸ ਸੀਜ਼ਨ ਹੋਣ ਕਰਕੇ, ਨਿਊ ਈਅਰ ਹੋਣ ਕਰਕੇ ਬੈਂਕਾਂ ਦੇ ਵਿੱਚ ਛੁੱਟੀਆਂ ਬਹੁਤ ਹੁੰਦੀਆਂ ਇਹਨਾਂ ਦਿਨਾਂ ਦੇ ਵਿੱਚ। ਕ੍ਰਿਸਮਸ ਈਵ, ਕ੍ਰਿਸਮਸ 2 ਦਿਨ ਫੇਰ ਬੈਂਕ ਬੰਦ ਰਹਿੰਦੀ ਹੈ, ਉਸ ਤੋਂ ਬਾਅਦ ਨਿਊ ਈਅਰ ਈਵ। ਸੋ ਘੱਟ ਤੋਂ ਘੱਟ 8-10 ਦਿਨ ਬੈਂਕ ਜਿਹੜੀ ਆ ਮਿਡ ਆਫ ਦਸੰਬਰ ਤੋਂ ਬਾਅਦ ਬੰਦ ਹੁੰਦੀ ਹੈ। ਜੇ ਬੈਂਕਾਂ ਖੁੱਲੀਆਂ ਵੀ ਹੋਣ, ਜਿਹੜੇ ਬੈਕ ਐਂਡ ਤੇ ਇੰਪਲਾਈ ਕੰਮ ਕਰਦੇ ਨੇ ਉਹ ਛੁੱਟੀਆਂ ਤੇ ਹੋਇਆ ਕਰਦੇ ਨੇ। ਕਿਸੇ ਨੇ ਨਾਲ ਦੀ ਛੁੱਟੀ ਲੈ ਲਈ, ਕਿਸੇ ਨੇ ਇੱਕ ਦਿਨ ਪਹਿਲਾਂ ਲੈ ਲਈ ਲੌਂਗ ਵੀਕਐਂਡ ਤੋਂ। ਇਸ ਕਰਕੇ ਡੈਫੀਨੇਟਲੀ ਬਿਜ਼ੀ ਹੋ ਜਾਂਦਾ, ਔਰ ਜਿਹੜਿਆਂ ਲੋਕਾਂ ਨੇ ਮੌਰਗੇਜਾਂ ਲੈਣੀਆਂ ਉਹਨਾਂ ਲਈ ਟਾਈਟ ਵੀ ਹੋ ਜਾਂਦਾ। ਜੇ ਟਾਈਮ ਤੇ ਉਹਨਾਂ ਦੀ ਫਾਈਲ ਅਪਰੂਵ ਨਹੀਂ ਹੁੰਦੀ ਤਾਂ ਫਿਰ ਮੌਰਗੇਜ ਹੋਣੀ ਕਈ ਵਾਰ ਮੁਸ਼ਕਿਲ ਹੋ ਜਾਂਦੀ ਹੈ। ਬਿਲਕੁਲ ਸ਼ਰਮਾ ਜੀ, ਜਿੱਦਾਂ ਤੁਸੀਂ ਕਿਹਾ ਕਿ ਬਹੁਤ ਸਾਰੇ ਲੋਕ ਬਿਜ਼ੀ ਹੁੰਦੇ ਨੇ, ਪਰ ਮੌਰਗੇਜ ਤੋਂ ਪਹਿਲਾਂ ਜਦੋਂ ਮੌਰਗੇਜ ਅਸੀਂ ਲੈਣੀ ਆ ਉਦੋਂ ਪਹਿਲਾਂ ਪ੍ਰੀ ਅਪਰੂਵਲ ਕਿੰਨੀ ਕੁ ਜ਼ਰੂਰੀ ਹੁੰਦੀ ਹੈ? ਬਹੁਤ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਘਰ ਲੱਭਣ ਤੋਂ ਪਹਿਲਾਂ ਵੀ? ਹਾਂਜੀ, ਦੇਖੋ ਘਰ ਲੱਭਣ ਦੀ ਜਿਹੜੀ ਨਾ ਪ੍ਰੈਪਰੇਸ਼ਨ ਹੈ ਉਹ ਤੁਸੀਂ ਆਪਣੀ ਇੱਛਾ ਸ਼ਕਤੀ ਤੋਂ ਕਰਦੇ ਹੋ। ਸਭ ਤੋਂ ਪਹਿਲਾਂ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਘਰ ਕੌਣ ਲਏਗਾ ਜਿਹਦੇ ਮਨ 'ਚ ਇੱਛਾ ਹੋਏਗੀ ਘਰ ਲੈਣ ਦੀ। ਸਭ ਤੋਂ ਪਹਿਲੀ ਚੀਜ਼ ਜ਼ਰੂਰੀ ਹੈ ਕਿ ਆਪਣੇ ਮਨ ਦੇ ਵਿੱਚ
ਇੱਛਾ ਸ਼ਕਤੀ ਜਗਾਓ ਕਿ ਹੁਣ ਅਸੀਂ ਇਸ ਕੰਟਰੀ 'ਚ ਆ ਗਏ ਹਾਂ ਔਰ ਇਸ ਕੰਟਰੀ 'ਚ ਆਪਣਾ ਘਰ ਲੈਣਾ ਔਰ ਪਹਿਲਾ ਘਰ ਲੈਣਾ, ਜਿਨ੍ਹਾਂ ਨੇ ਪਹਿਲਾ ਲੈਣਾ, ਜਿਨ੍ਹਾਂ ਨੇ ਪਹਿਲੇ ਨੂੰ ਅਪਗ੍ਰੇਡ ਕਰਕੇ ਦੂਸਰਾ ਲੈਣਾ, ਦੂਸਰੇ ਨੂੰ ਅਪਗ੍ਰੇਡ ਕਰਕੇ ਤੀਸਰਾ ਲੈਣਾ, ਉਹ ਵੀ ਇੱਛਾ ਸ਼ਕਤੀ ਦੇ ਨਾਲ ਹੀ ਆ। ਆਪਾਂ ਉਹਨਾਂ ਦੇਸ਼ਾਂ ਤੋਂ ਆਏ ਹਾਂ ਜਿੱਥੋਂ ਅਸੀਂ ਆ ਕੇ ਇਸ ਦੇਸ਼ ਦੇ ਵਿੱਚ ਐਸਟੈਬਲਿਸ਼ ਹੋਣਾ ਚਾਹੁੰਦੇ ਹਾਂ ਔਰ ਕੁਝ ਅੱਛਾ ਕਰਨਾ ਚਾਹੁੰਦੇ ਹਾਂ, ਘਰ ਵੀ ਲੈਣਾ ਚਾਹੁੰਦੇ ਹਾਂ, ਗੱਡੀਆਂ ਵੀ ਲੈਣੀਆਂ ਚਾਹੁੰਦੇ ਹਾਂ, ਆਪਣੇ ਪਰਿਵਾਰ ਨੂੰ ਅੱਛਾ ਪਾਲਣਾ ਚਾਹੁੰਦੇ ਹਾਂ। ਸੋ ਨੰਬਰ 1 ਹੈ ਇੱਛਾ ਸ਼ਕਤੀ ਮਨ ਦੇ ਵਿੱਚ ਜਗਾਓ। ਔਰ ਕੀ ਕਰਨਾ ਚਾਹੀਦਾ? ਸਭ ਤੋਂ ਪਹਿਲਾਂ ਪੈਸੇ ਜੋੜੋ, ਸੇਵਿੰਗਸ। ਇਹ ਨੰਬਰ 1 ਹੈ ਤੁਹਾਡੀ ਨੀਡ ਟੂਵਰਡਸ ਯੂਅਰ ਫਸਟ ਹਾਊਸ ਪਰਚੇਜ਼ ਦੀ ਮੈਂ ਗੱਲ ਕਰੂੰਗਾ। ਜੇ ਫੈਮਿਲੀ ਵਿੱਚ 1 2 3 4 ਜਿੰਨੇ ਵੀ ਆਪਾਂ ਰਹਿੰਦੇ ਆ, ਸਾਰੇ ਜਾਣੇ ਰਲ ਮਿਲ ਕੇ ਆਪਣੀ ਸੇਵਿੰਗ ਨੂੰ ਸ਼ੁਰੂ ਕਰੋ। ਥੋੜੀ ਥੋੜੀ ਸੇਵਿੰਗ ਜਿਹੜੀ ਆ ਤੁਹਾਡੀ ਇਹ ਡਾਊਨ ਪੇਮੈਂਟ ਦੇ ਵਿੱਚ ਕੰਮ ਆਏਗੀ ਜੀ। ਇਸ ਤੋਂ ਇਲਾਵਾ ਤੁਸੀਂ ਮਾਰਕੀਟ ਦੇ ਵਿੱਚ ਐਨਾਲਾਈਜ਼ ਕਰਨਾ ਆ ਕਿ ਤੁਹਾਡੀ ਜੌਬ ਕਿੱਦਾਂ ਦੀ ਹੈ, ਤੁਹਾਡੀ ਇਨਕਮ ਕਿੱਦਾਂ ਦੀ ਹੈ, ਕਿਉਂਕਿ ਤੁਸੀਂ ਪੇਮੈਂਟ ਦੇਣੀ ਹੈ ਜਦੋਂ ਪ੍ਰਾਪਰਟੀ ਦੋਗੇ। ਜੇ ਤੁਸੀਂ ਕੁਆਲੀਫਾਈ ਕਰ ਸਕਦੇ ਹੋ ਜਾਂ ਕਰਦੇ ਹੋ ਇੱਕ ਕੋਂਡੋ ਵਾਸਤੇ ਤੇ ਦੇਖ ਰਹੇ ਹੋ ਘਰ, ਨਹੀਂ ਲੈ ਸਕੋਗੇ। ਤੇ ਜੇ ਤੁਸੀਂ ਕੁਆਲੀਫਾਈ ਕਰ ਰਹੇ ਹੋ ਟਾਊਨ ਹਾਊਸ ਵਾਸਤੇ ਤੇ ਦੇਖ ਰਹੇ ਹੋ ਇੱਕ ਵੱਡਾ ਮੈਂਸ਼ਨ, ਫਿਰ ਵੀ ਮਜ਼ਾ ਨਹੀਂ ਆਏਗਾ। ਜਾਂ ਫਿਰ ਤੁਸੀਂ ਕੁਆਲੀਫਾਈ ਕਰਦੇ ਹੋ ਇੱਕ ਅੱਛੇ ਪੂਰੇ ਘਰ ਦੇ ਵਾਸਤੇ ਔਰ ਦੇਖ ਰਹੇ ਹੋ ਕੋਂਡੋ, ਉਹਦੀ ਵੀ ਲੋੜ ਨਹੀਂ, ਕਿਉਂਕਿ ਤੁਹਾਡੇ ਕੋਲ ਜੇ ਇਨਵੈਸਟਮੈਂਟ ਦੀ ਸ਼ਮਤਾ ਹੈਗੀ ਆ, ਤੁਹਾਡੇ ਕੋਲ ਜੌਬ ਵਧੀਆ ਹੈਗੀ ਆ, ਇਨਕਮ ਚੰਗੀ ਹੈਗੀ ਆ, ਹੋ ਸਕਦਾ ਤੁਸੀਂ ਘਰ ਲੈ ਸਕਦੇ ਹੋ, 2 ਲੈਵਲ ਘਰ ਲੈ ਸਕਦੇ ਹੋ ਜਿਹਦੇ 'ਚ ਲੀਗਲ ਬੇਸਮੈਂਟ ਵੀ ਹੋਵੇ। ਤੇ ਤੁਸੀਂ ਇੱਕ ਛੋਟਾ ਜਿਹਾ ਕੋਂਡੋ ਲੈਣ ਦੀ ਸੋਚ ਰਹੇ ਹੋ, ਉਹ ਵੀ ਗਲਤ ਹੈ। ਸੋ ਤੁਹਾਡੀ ਕਿੰਨੀ ਇਨਕਮ ਹੈ, ਕਿੰਨੀ ਸੇਵਿੰਗ ਹੈ, ਉਹਨਾਂ ਚੀਜ਼ਾਂ 'ਤੇ ਬੇਸ ਕਰਦਾ ਵੀ ਤੁਸੀਂ ਘਰ ਕਿਵੇਂ ਲੈਣਾ। ਫਿਰ ਜਦੋਂ ਆਪਣੇ ਕੋਲ ਕਿੰਨੀ ਇਨਕਮ ਹੋ ਗਈ ਤੇ ਕਿੰਨੀ ਸੇਵਿੰਗ ਹੋ ਗਈ, ਉਹਦੇ ਬੇਸ ਦੇ ਉੱਤੇ ਅਸੀਂ ਤੁਹਾਨੂੰ ਪ੍ਰੀ ਅਪਰੂਵ ਕਰਾਂਗੇ ਕਿ ਤੁਸੀਂ ਕਿੰਨੀ ਮੌਰਗੇਜ ਅਮਾਊਂਟ ਵਾਸਤੇ ਅਪਰੂਵਲ ਤੁਹਾਨੂੰ ਮਿਲਦੀ ਹੈ। ਫਿਰ ਜੋ ਤੁਹਾਨੂੰ ਅਸੀਂ ਪ੍ਰੀ ਅਪਰੂਵਲ ਦੇਵਾਂਗੇ, ਉਹ ਪ੍ਰੀ ਅਪਰੂਵਲ ਲੈ ਕੇ ਜੇ ਤੁਸੀਂ ਰਿਐਲਟਰ ਕੋਲ ਜਾਓਗੇ, ਰਿਐਲਟਰ ਤੁਹਾਡੇ ਅੱਗੇ ਪਿੱਛੇ ਭੱਜ ਕੇ ਫਿਰੇਗਾ, ਕਿਉਂਕਿ ਉਹਨੂੰ ਪਤਾ ਹੈ ਕਿ ਉਹ ਪ੍ਰੀ ਅਪਰੂਵਲ ਹੈ ਔਰ ਫਟਾਫਟ ਤੁਹਾਨੂੰ ਘਰ ਦਿਖਾਏਗਾ ਔਰ ਤੁਸੀਂ ਫਟਾਫਟ ਘਰ ਲੈ ਸਕਦੇ ਹੋ। ਸ਼ਰਮਾ ਜੀ, ਇੱਥੇ ਸਾਡੀ ਇਹ ਵੀ ਕਨਫਿਊਜ਼ਨ ਦੂਰ ਕਰੋ ਕਿ ਗਵਰਨਮੈਂਟ ਵੱਲੋਂ ਬਹੁਤ ਸਾਰੀ ਸਹਾਇਤਾ ਦਿੱਤੀ ਜਾਂਦੀ ਹੈ, ਉਹਦੇ ਵਿੱਚ ਉਹਨਾਂ ਵੱਲੋਂ ਕਿਹਾ ਜਾਂਦਾ ਕਿ 5% ਡਾਊਨ ਦੇ ਨਾਲ ਤੁਹਾਨੂੰ ਘਰ ਮਿਲ ਜਾਏਗਾ। ਪਰ ਹੁਣ ਇਹ ਦੱਸੋ ਕਿ 5% ਡਾਊਨ ਕਿੰਨੇ ਜਿਹੜੀ ਤੱਕ ਦੀ ਜਿਹੜੀ ਪ੍ਰਾਪਰਟੀ ਅਸੀਂ ਲੈ ਸਕਦੇ ਹਾਂ ਉਹਦੇ ਲਈ? ਐਗਜ਼ੈਕਟਲੀ, ਬਹੁਤ ਤੁਹਾਡਾ ਵਧੀਆ ਕੁਐਸਚਨ ਹੈ। 5% ਡਾਊਨ ਪੇਮੈਂਟ ਦੀ ਐਡਵਰਟਾਈਜ਼ਮੈਂਟ ਕਾਫੀ ਹੁੰਦੀ ਆ, ਕਾਫੀ ਕਰਦੇ ਆ ਲੋਕ, ਕਈ ਵਾਰ ਕਨਫਿਊਜ਼ ਵੀ ਹੁੰਦੇ ਨੇ। ਪਹਿਲੇ $5 ਲੱਖ ਤੇ 5% ਡਾਊਨ ਪੇਮੈਂਟ ਕੀਤੀ ਜਾ ਸਕਦੀ ਹੈ ਜੇ ਕੋਈ ਫਸਟ ਟਾਈਮ ਹੋਮ ਬਾਇਰ ਕਰ ਲੈ ਰਿਹਾ। ਪਰ ਅੱਜਕੱਲ 5 ਲੱਖ ਤੱਕ ਕੁਝ ਆਉਂਦਾ ਵੀ ਕੌਂਡੋਜ਼ ਮਿਲ ਜਾਣਗੇ, ਹਾਂਜੀ, ਅਪਾਰਟਮੈਂਟ ਹੀ ਹੈ, ਟਾਊਨ ਹਾਊਸ ਤੇ ਘਰ ਨਹੀਂ ਮਿਲਣਗੇ। ਸਪੈਸ਼ਲੀ ਇਸ ਏਰੀਆ ਦੇ ਵਿੱਚ, ਲੋਅਰ ਮੇਨਲੈਂਡ ਦੇ ਵਿੱਚ ਪ੍ਰਾਪਰਟੀ ਵੈਲਿਊਜ਼ ਕਾਫੀ ਹੈ। ਪਰ ਹੋ ਸਕਦਾ ਬਾਹਰ, ਮੈਂ ਕਿਸੇ ਨਾਲ ਸਵੇਰੇ ਅੱਜ ਗੱਲ ਕਰ ਰਿਹਾ ਸੀ ਐਡਮਿੰਟਨ 'ਚ, ਉੱਥੇ 5 ਲੱਖ ਦੇ ਘਰ ਨੇ ਜੀ। ਜੇ ਤੁਸੀਂ ਹੋਰ ਅੱਗੇ ਜਾਂਦੇ ਹੋ, ਸੈਸਕਾਟੂਨ, ਸਸਕੈਚਬਨ ਵਗੈਰਾ ਦੇ ਵਿੱਚ $3.5 ਲੱਖ ਦਾ ਘਰ ਹੈਗਾ ਜੀ ਉੱਥੇ। ਸੋ ਕਈ ਵਾਰ ਆਪਣੀ ਤੁਸੀਂ ਪ੍ਰੋਫੈਸ਼ਨ ਦੇ ਨਾਲ ਹੋ ਸਕਦਾ ਕੈਨੇਡਾ 'ਚ ਮੂਵ ਅਰਾਊਂਡ ਹੋ ਸਕਦੇ ਹੋ ਔਰ ਤੁਸੀਂ ਜੇ ਪੂਰਾ ਘਰ ਜਾਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਇੱਛਾ ਹੈ ਉੱਦਾਂ ਦਾ ਘਰ ਲੈਣਾ ਚਾਹੁੰਦੇ ਹੋ, ਉਸ ਏਰੀਏ 'ਚ ਥੋੜ੍ਹੇ ਜਿਹੇ ਅੱਗੇ ਪਿੱਛੇ ਜਾ ਕੇ। ਬਹੁਤ ਸਾਰੇ ਲੋਕ ਜਿਹੜੇ ਡਾਊਨਟਾਊਨ 'ਚ ਕੰਮ ਕਰਦੇ ਨੇ, ਰਹਿੰਦੇ ਚਿਲਾ ਬੈਕ ਨੇ ਜੀ। ਬਹੁਤ ਸਾਰੇ ਲੋਕ ਹੋਪ 'ਚ ਰਹਿੰਦੇ ਨੇ ਔਰ ਉੱਥੋਂ ਟਰੈਵਲ ਕਰਕੇ ਆ ਜਾਂਦੇ ਨੇ। ਕੰਪਿਊਟਰ ਇੰਜੀਨੀਅਰਸ ਵਗੈਰਾ ਵਰਕ ਫਰਮ ਹੋਮ ਹੀ ਕਰ ਰਹੇ ਨੇ। ਉਹਨਾਂ ਨੂੰ ਜ਼ਰੂਰੀ ਨਹੀਂ ਹੈ ਵੀ ਉਹਨਾਂ ਨੇ ਡਾਊਨਟਾਊਨ ਜਾਂ ਸਰੀ ਦੇ ਡਾਊਨਟਾਊਨ 'ਚ ਹੀ ਰਹਿਣਾ, ਥੋੜ੍ਹਾ ਅੱਗੇ ਪਿੱਛੇ ਰਹਿ ਕੇ ਥੋੜੇ ਪੈਸਿਆਂ ਦੇ ਵਿੱਚ ਅੱਛੀ ਪ੍ਰਾਪਰਟੀ ਲੈ ਸਕਦੇ ਆ। ਅੱਛਾ ਸ਼ਰਮਾ ਜੀ, ਹੁਣ ਪਹਿਲੀ ਪ੍ਰਾਪਰਟੀ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ 5 ਲੱਖ ਦੇ ਵਿੱਚ ਤੁਸੀਂ 5% ਕਰ ਸਕਦੇ ਹੋ, ਕਿਉਂਕਿ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਨੇ ਕਿ ਸਾਡੀ 5% ਨਹੀਂ ਹੋਈ, ਕੋਈ 12 ਕਹਿ ਰਿਹਾ, ਕੋਈ 18 ਕਹਿ ਰਿਹਾ, ਕੋਈ 20% ਕਹਿ ਰਿਹਾ। ਚਲੋ ਇਹ ਇੱਕ ਸੈਪਰੇਟ ਹੈ। ਪਰ ਜੇ ਕਿਸੇ ਨੇ ਇਨਵੈਸਟਮੈਂਟ ਪ੍ਰਾਪਰਟੀ ਲੈਣੀ ਹੈ ਤੇ ਉਹਨੇ 5% ਦੇ ਨਾਲ ਕਰਨਾ ਹੋਵੇ, ਹੋ ਸਕਦਾ? ਦੇਖੋ, ਇਹ ਥੋੜਾ ਜਿਹਾ ਗ੍ਰੇ ਏਰੀਆ ਆ ਜਾਂਦਾ ਇਹਦੇ ਵਿੱਚ। ਡੈਫੀਨੇਟਲੀ ਇਹਨੂੰ ਮੈਂ ਹੋਰ ਤਰ੍ਹਾਂ ਪੇਸ਼ ਕਰਦਾ। ਇਨਵੈਸਟਮੈਂਟ ਵਾਲਾ ਵਰਡ ਮੈਂ ਨਹੀਂ ਯੂਜ਼ ਕਰਦਾ ਇੱਥੇ, ਜਿਹੜਾ ਤੁਸੀਂ ਯੂਜ਼ ਕਰ ਲਿਆ। ਠੀਕ ਹੈ। ਮੈਂ ਇਹ ਕਹਿੰਦਾ ਵੀ ਕਿਸੇ ਕੋਲ ਇੱਕ ਘਰ ਹੈਗਾ ਤੇ ਉਹਨੇ ਦੂਜਾ ਘਰ ਲੈਣਾ, ਠੀਕ ਹੈ ਨਾ, ਇਦਾਂ ਕਹਿੰਦੇ ਆਪਾਂ। ਜੇ ਆਪਾਂ ਇਹ ਕਹਿੰਦੇ ਆ ਕਿ ਮੇਰੇ ਕੋਲ ਪਹਿਲਾ ਘਰ ਹੈਗਾ ਤੇ ਉਹ ਘਰ ਹੈਗਾ 3 ਬੈਡਰੂਮ ਦਾ ਛੋਟਾ ਘਰ ਹੈ, ਰੈਂਚਰ ਹੋ ਸਕਦਾ, ਕੁਝ ਵੀ ਹੋ ਸਕਦਾ, ਤੇ ਤੁਸੀਂ ਹੁਣ ਦੂਜੀ ਪ੍ਰਾਪਰਟੀ ਲੈਣਾ ਚਾਹੁੰਦੇ ਹੋ ਜਿਹਦੀ ਕਿ 5% ਡਾਊਨ ਪੇਮੈਂਟ ਨਾਲ ਲੈਣੀ ਹੈ। ਆਮ ਇਹ ਲੋਕ ਕਹਿੰਦੇ ਦੂਜੀ ਪ੍ਰਾਪਰਟੀ 5% ਡਾਊਨ ਪੇਮੈਂਟ ਨਾਲ ਨਹੀਂ ਲੈ ਸਕਦੇ, ਪਰ ਮੈਂ ਇਹ ਕਹਿਣਾ ਕਿ ਨਹੀਂ, ਲੈ ਸਕਦੇ ਹੋ। ਜੇ ਦੂਜੀ ਪ੍ਰਾਪਰਟੀ ਤੁਹਾਡੀ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਹੈ, ਉਸ ਘਰ ਦੇ ਵਿੱਚ ਤੁਸੀਂ ਮੂਵ ਹੋਣਾ ਹੈਗਾ ਔਰ ਉਹਦੇ ਲਈ ਤੁਹਾਡੇ ਕੋਲ ਪ੍ਰੋਪਰ ਇਨਕਮ ਹੈਗੀ ਆ, ਤਾਂ ਤੁਹਾਨੂੰ ਦੂਜੀ ਪ੍ਰਾਪਰਟੀ ਐਜ਼ ਏ ਰੈਜ਼ੀਡੈਂਸ਼ੀਅਲ ਪ੍ਰਾਪਰਟੀ 5% ਦੇ ਨਾਲ ਵੀ ਆਪਾਂ ਲੈ ਕੇ ਦੇ ਸਕਦੇ ਹਾਂ ਜੀ। ਬਿਲਕੁਲ ਜੀ। ਸੋ ਇਹ ਹੈ ਕਿ ਇੱਥੇ ਲਈ ਜਾ ਸਕਦੀ ਹੈ, ਪਰ ਥੋੜੇ ਜਿਹੇ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਹੁਣ ਇਹਦੇ 'ਚ ਡੂਜ਼ ਐਂਡ ਡੋਂਟਸ ਦੀ ਮੈਂ ਗੱਲ ਕੀਤੀ ਸੀ। ਹੁਣ ਕੋਈ ਵੀ ਪ੍ਰਾਪਰਟੀ ਲੈਣੀ ਹੈ, ਪਹਿਲਾਂ ਕਿਹੜੀਆਂ ਚੀਜ਼ਾਂ ਸਾਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ, ਕਿਹੜੀਆਂ ਚੀਜ਼ਾਂ ਡੂਜ਼ ਦੇ ਵਿੱਚ ਹੁੰਦੀਆਂ ਕੈਲਕੂਲੇਟ? ਐਗਜ਼ੈਕਟਲੀ। ਫਿਰ ਮੈਂ ਸ਼ੁਰੂ ਤੋਂ ਸ਼ੁਰੂ ਕਰ ਲੈਣਾ। ਸਭ ਤੋਂ ਪਹਿਲਾਂ ਜੇ ਪ੍ਰਾਪਰਟੀ ਲੈਣੀ ਆ, ਮਨ ਦੇ ਵਿੱਚ ਇੱਛਾ ਹੋਣੀ ਜੀ ਬਹੁਤ ਜ਼ਰੂਰੀ ਹੈ। ਇਹ ਡੂਜ਼ ਦੇ ਵਿੱਚ ਆ ਗਿਆ। ਤੁਹਾਡੇ ਮਨ ਦੀ ਜੇ ਇੱਛਾ ਹੀ ਨਹੀਂ ਹੈ, ਤੁਹਾਨੂੰ ਤਾਂ ਘਰ ਪਸੰਦ ਵੀ ਨਹੀਂ ਆਉਣੇ, ਤੁਸੀਂ ਦੇਖਣ ਵੀ ਨਹੀਂ ਜਾਣਾ, ਤੁਸੀਂ ਉਹਦੀ ਕੋਈ ਰਿਸਰਚ ਵੀ ਨਹੀਂ ਕਰਨੀ। ਸੋ ਮਨ 'ਚ ਪਹਿਲਾਂ ਇੱਛਾ ਜਗਾਓ, ਫਿਰ ਥੋੜ੍ਹੀ ਜਿਹੀ ਰਿਸਰਚ ਕਰੋ ਆਪ ਦੇ ਵਿੱਚ, ਏਰੀਏ 'ਚ ਘੁੰਮੋ ਵੀ ਕਿੱਦਾਂ ਕਿੱਦਾਂ ਘਰ ਤੁਹਾਨੂੰ ਪਸੰਦ ਨੇ, ਉਹਨਾਂ ਦੀ ਵੈਲਿਊ ਪਤਾ ਕਰਨ ਦੀ ਕੋਸ਼ਿਸ਼ ਕਰੋ। ਅੱਜ ਕੱਲ੍ਹ ਗੂਗਲ ਦੇ ਉੱਪਰ ਸਭ ਕੁਝ ਤੁਸੀਂ ਸਰਚ ਕਰ ਸਕਦੇ ਹੋ। ਇੱਕ ਅੱਛੇ ਰੀਐਲਟਰ ਨੂੰ ਮਿਲੋ,
ਔਰ ਰੀਅਲਟਰ ਨਾਲ ਮਿਲ ਕੇ ਬੈਠ ਕੇ ਸਲਾਹ ਕਰੋ ਕਿ ਮੈਂ ਘਰ ਲੈਣਾ ਚਾਹੁੰਦਾ, ਇੰਨੀ ਕਿ ਮੇਰੇ ਕੋਲ ਡਾਊਨ ਪੇਮੈਂਟ ਹੈ, ਮੇਰੀ ਹਸਬੈਂਡ ਵਾਈਫ ਦੀ ਜਾਂ ਪੇਰੈਂਟਸ ਦੇ ਨਾਲ ਨੇ ਤਾਂ ਉਹਨਾਂ ਦੇ ਨਾਲ, ਜਾਂ ਜਿਵੇਂ ਵੀ ਤੁਹਾਡਾ ਇੱਕ ਫੈਮਿਲੀ ਸਟਰਕਚਰ ਹੈ ਉਹ 'ਚ ਕਿੰਨੇ ਲੋਕ ਨੇ, ਜੇ ਤੁਸੀਂ ਇਕੱਲੇ ਹੋ ਤਾਂ ਇਕੱਲੇ ਦੇ ਬੇਸ 'ਤੇ ਕਿੰਨੀ ਸੇਵਿੰਗ ਤੇ ਕਿੰਨੀ ਇਨਕਮ ਆ, ਉਹਦੇ ਬੇਸ ਦੇ ਉੱਤੇ ਤੁਸੀਂ ਉਹਨਾਂ ਗੱਲ ਕਰਕੇ ਸ਼ੁਰੂਆਤ ਕਰੋ। ਸੇਵਿੰਗ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਡਾਊਨ ਪੇਮੈਂਟ ਤੁਹਾਡੀ ਸੇਵਿੰਗ ਤੋਂ ਆਏਗੀ, ਇਹ ਸ਼ੁਰੂਆਤ ਕਰਨੀ ਹੈ, ਸੇਵਿੰਗ ਬੈਂਕ 'ਚ ਪਾਉਣੀ ਹੈ। ਇਹਦੇ ਨਾਲ ਨਾਲ ਤੁਹਾਡੀ ਜਿਹੜੀ ਡਾਊਨ ਪੇਮੈਂਟ ਹੈ ਉਹ ਤੁਹਾਡੀ RRSP ਤੋਂ ਆ ਸਕਦੀ ਹੈ। ਬਹੁਤ ਸਾਰੇ ਲੋਕ ਈਅਰ ਐਂਡ ਦੇ ਉੱਤੇ ਜਾ ਕੇ RRSP ਖਰੀਦਦੇ ਨੇ, 5000 10,000 20,000 ਕਿਤਨੀ ਵੀ ਅਮਾਊਂਟ ਦੀ ਹੋ ਸਕਦੀ ਹੈ। ਬਹੁਤ ਸਾਰੇ ਲੋਕ ਜਿਹੜੇ ਕੰਪਨੀ 'ਚ ਕੰਮ ਕਰਦੇ ਨੇ, ਕੰਪਨੀਜ਼ ਵੀ ਕੰਟਰੀਬਿਊਟ ਕਰਦੀਆਂ ਟੁਵਾਰਡਸ ਯੂਰ RRSP, ਉਹ ਵੀ ਤੁਸੀਂ ਕਢਵਾ ਕੇ ਆਪਣੀ ਡਾਊਨ ਪੇਮੈਂਟ ਦੇ ਸਕਦੇ ਹੋ। ਇਹ ਵੀ ਡੂਜ਼ ਦੇ ਵਿੱਚ ਆ ਜਾਂਦਾ। ਇਸ ਤੋਂ ਇਲਾਵਾ ਜੇ ਤੁਸੀਂ ਕੋਈ ਵੀ GIC ਜਾਂ ਕੋਈ ਸ਼ੇਅਰਸ ਵਗੈਰਾ, ਬਹੁਤ ਸਾਰੇ ਨੌਜਵਾਨ ਲੋਕ ਨੇ ਅੱਜ ਕੱਲ੍ਹ ਜਿਹੜੇ ਜੌਬਾਂ ਕਰਦੇ ਨੇ ਪਰ ਨਾਲ ਨਾਲ ਥੋੜ੍ਹੇ ਇੱਧਰ ਸ਼ੇਅਰ 'ਚ ਵੀ ਮਨੀ ਇਨਵੈਸਟ ਕਰ ਦਿੰਦੇ ਨੇ, ਜਾਂ ਉਹ ਥੋੜ੍ਹੇ ਬਹੁਤੇ GIC 'ਚ ਪੈਸੇ ਰੱਖਦੇ ਨੇ ਜਿੱਥੇ ਕਿ ਮਨੀ ਜ਼ਿਆਦਾ ਗਰੋ ਹੁੰਦੀ ਹੈ, ਉਹਦੇ 'ਚੋਂ ਵੀ ਪੈਸੇ ਕੱਢ ਕੇ ਤੁਸੀਂ ਡਾਊਨ ਪੇਮੈਂਟ ਦੇ ਸਕਦੇ ਹੋ। ਤੁਸੀਂ ਆਪਣੇ ਰਿਸ਼ਤੇਦਾਰਾਂ ਕੋਲੋਂ ਗਿਫਟ ਲੈਟਰ ਲੈ ਸਕਦੇ ਹੋ, ਚਾਹੇ ਤੁਹਾਡੇ ਰਿਸ਼ਤੇਦਾਰ ਇੰਡੀਆ ਬੈਠੇ ਨੇ ਜਾਂ ਕੈਨੇਡਾ ਬੈਠੇ ਨੇ ਜਾਂ US ਰਹਿੰਦੇ ਨੇ ਜਾਂ ਦੁਨੀਆ ਦੇ ਕਿਸੇ ਵੀ ਕਾਰਨਰ 'ਤੇ ਰਹਿੰਦੇ ਨੇ, ਤੁਸੀਂ ਉਹ ਗਿਫਟ ਲੈਟਰ ਲੈ ਕੇ ਪੈਸੇ ਐਜ਼ ਅ ਡਾਊਨ ਪੇਮੈਂਟ ਯੂਜ਼ ਕਰ ਸਕਦੇ ਹੋ। ਆਖਰੀ ਔਰ ਮੇਨ ਇੰਪੋਰਟੈਂਟ ਗੱਲ ਇਹਦੇ ਵਿੱਚ ਇਹ ਵੀ ਹੈ ਕਿ ਕਈ ਵਾਰ ਕੀ ਹੁੰਦਾ ਕਿ ਤੁਹਾਡੇ ਕੋਲ ਜਿਹੜੇ ਪੈਸੇ ਨੇ ਤੁਹਾਡੀ ਚੀਜ਼ਾਂ ਦੇ ਵਿੱਚ ਪਏ ਹੁੰਦੇ ਨੇ ਔਰ ਤੁਹਾਨੂੰ ਧਿਆਨ ਨਹੀਂ ਹੁੰਦਾ, ਤੁਸੀਂ 1.5-2 ਲੱਖ ਦੀ ਗੱਡੀ ਜਾਂ ਲੱਖ ਡਾਲਰ ਦੀ ਗੱਡੀ ਲੈ ਕੇ ਘੁੰਮ ਰਹੇ ਹੋ, ਉਹ ਲੱਖ ਡਾਲਰ ਦੀ ਗੱਡੀ ਨੂੰ ਜ਼ਿਆਦਾ ਡਾਊਨ ਸਾਈਜ਼ ਕਰ ਸਕਦੇ ਹੋ, ਜਾਂ ਉਹ ਜੇ ਤੁਹਾਡੀ ਫਰੀ ਹੈ ਤਾਂ ਉਹਦੇ ਅਗੇਂਸਟ ਤੁਸੀਂ ਪੈਸੇ ਲੈ ਸਕਦੇ ਹੋ, ਉਹ ਵੀ ਡਾਊਨ ਪੇਮੈਂਟ ਆ ਸਕਦੀ ਹੈ। ਬਹੁਤ ਸਾਰੀ ਸਾਡੀਆਂ ਬੀਬੀਆਂ ਦੇ ਕੋਲ ਇੰਨੀ ਕੁ ਜ਼ਿਆਦਾ ਜਿਊਲਰੀ ਹੁੰਦੀ ਹੈ ਜਿਹੜੀ ਕੋਈ ਨਾ ਤਾਂ ਯੂਜ਼ ਕਰ ਰਹੇ ਹੁੰਦੇ ਨੇ, ਅੱਜ ਕੱਲ੍ਹ ਉਹਦੇ 'ਤੇ ਵੀ ਲੋਨ ਮਿਲ ਜਾਂਦਾ। ਤੁਸੀਂ ਜੇ ਹੁਣ ਤੁਹਾਡੇ ਕੋਲ ਇੰਨੀ ਸਾਰੀ ਜਿਊਲਰੀ ਪਈ ਹੈ ਤੇ ਉਹ ਤੁਸੀਂ ਦੇਣੀ ਵੀ ਨਹੀਂ ਚਾਹੁੰਦੇ ਪਰ ਉਹਦੇ ਅਗੇਂਸਟ ਲੋਨ ਤਾਂ ਲੈ ਹੀ ਸਕਦੇ ਨਾ, ਉਹਦੇ ਅਗੇਂਸਟ ਪੈਸੇ ਚੱਕ ਲਓ ਔਰ ਉਹ ਜਿਹੜੇ ਪੈਸੇ ਤੁਸੀਂ ਐਜ਼ ਅ ਡਾਊਨ ਪੇਮੈਂਟ ਯੂਜ਼ ਕਰ ਸਕਦੇ ਹੋ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਜਾਂ ਫਿਰ ਤੁਹਾਡੇ ਕੋਲ ਜੇ ਫਸਟ ਟਾਈਮ ਹੋਮ ਬਾਇਰ ਨੇ ਕੋਈ ਹੋਰ ਪ੍ਰਾਪਰਟੀ ਹੈ ਉਹ ਤੋਂ ਵੀ ਇਕੁਇਟੀ ਕੱਢ ਸਕਦੇ ਹੋ ਤੇ ਉਹਨੂੰ ਯੂਜ਼ ਕਰ ਸਕਦੇ ਹੋ। ਸੋ ਇਹ ਡੂਜ਼ ਦੇ ਵਿੱਚ ਆ ਗਿਆ ਵੀ ਇੰਨੀਆਂ ਚੀਜ਼ਾਂ ਕਰਕੇ ਤੁਸੀਂ ਆਪਦੀ ਜਿਹੜੀ ਪ੍ਰਾਪਰਟੀ ਹੈ ਉਹਦੀ ਡਾਊਨ ਪੇਮੈਂਟ ਕੱਢ ਸਕਦੇ ਹੋ। ਇਹਦੇ ਨਾਲ ਨਾਲ ਡੋਂਟਸ ਦੀ ਵੀ ਗੱਲ ਕਰੀਏ। ਡੋਂਟਸ ਤੋਂ ਪਹਿਲਾਂ ਮੇਰਾ ਇੱਕ ਜਿਹੜਾ ਸਵਾਲ ਦਾ ਜਵਾਬ ਕਲੀਅਰ ਕਰ ਦਿਓ, ਜਿਹੜੇ ਰਿਸ਼ਤੇਦਾਰਾਂ ਦੀ ਤੁਸੀਂ ਗੱਲ ਕੀਤੀ ਹੈ, ਇਹ ਇਕੱਲੀ ਤੁਹਾਡੀ ਇਮੀਡੀਏਟ ਫੈਮਿਲੀ ਹੋ ਸਕਦੀ ਹੈ ਜਾਂ ਕੋਈ ਵੀ ਰਿਸ਼ਤੇਦਾਰ ਹੋ ਸਕਦਾ? ਹਾਂ, ਐਗਜ਼ੈਕਟਲੀ। ਇਹਦੇ ਵਿੱਚ ਦੋਨਾਂ ਪਾਸਿਆਂ ਤੋਂ, ਜੇ ਹਸਬੈਂਡ ਵਾਈਫ ਦੀ ਆਪਾਂ ਗੱਲ ਕਰੀਏ, ਦੋਨਾਂ ਤੋਂ ਬਲੱਡ ਰਿਲੇਸ਼ਨ ਹੋਣਾ ਜ਼ਰੂਰੀ ਹੈ। ਇਮੀਡੀਏਟ ਫੈਮਿਲੀ ਹੋਣੀ, ਭੈਣ ਭਰਾ ਮੰਮੀ ਡੈਡੀ ਤੇ ਅੱਗੇ ਉਹਨਾਂ ਦੇ ਰਿਲੇਟਿਵਸ ਜਿਹੜੇ ਨੇ, ਤੇ ਹਾਂ ਇਮੀਡੀਏਟ ਫੈਮਿਲੀ ਹੋਣੀ ਜ਼ਰੂਰੀ ਹੈ ਜੀ। ਬਿਲਕੁਲ। ਹੁਣ ਡੋਂਟਸ ਦੀ ਗੱਲ ਕਰ ਲੈਂਦੇ ਹਾਂ, ਕਿਹੜੀਆਂ ਚੀਜ਼ਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਜਦੋਂ ਤੁਸੀਂ ਸੋਚ ਰਹੇ ਹੋ ਕਿ ਘਰ ਲੈਣਾ, ਮੌਰਗੇਜ ਲੈਣੀ ਹੈ? ਐਗਜ਼ੈਕਟਲੀ, ਸੋਚਣ ਵੇਲੇ ਵੀ ਤੇ ਜੇ ਤੁਸੀਂ ਕਿਤੇ ਘਰ ਦੀ ਐਪਲੀਕੇਸ਼ਨ ਪਾ ਦਿੱਤੀ ਹੈ ਉਸ ਟਾਈਮ ਵੀ, ਇਹ ਜਿਹੜੀਆਂ ਕੁਝ ਚੀਜ਼ਾਂ ਮੈਂ ਦੱਸਣ ਜਾ ਰਿਹਾ ਇਹ ਬਹੁਤ ਇੰਪੋਰਟੈਂਟ ਟਿਪਸ ਨੇ, ਮੈਨੂੰ ਲੱਗਦਾ ਕਿ ਸਭ ਨੂੰ ਧਿਆਨ ਨਾਲ ਸੁਣਨੇ ਚਾਹੀਦੇ ਨੇ, ਨੋਟ ਵੀ ਕਰ ਲੈਣੇ ਚਾਹੀਦੇ ਨੇ। ਇਹ ਬਿਲਕੁਲ ਨਹੀਂ ਕਰਨੇ ਕਿਉਂਕਿ ਇਹਦੇ ਨਾਲ ਤੁਹਾਡੀ ਜਿਹੜੀ ਫਾਈਲ ਅਪਰੂਵ ਹੋਈ ਉਹ ਕਲੈਪਸ ਹੋ ਸਕਦੀ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਵੀ ਜੇ ਤੁਹਾਡੀ ਫਾਈਲ ਲੱਗੀ ਹੋਈ ਹੈ ਆਲਰੇਡੀ, ਤੁਸੀਂ ਪ੍ਰਾਪਰਟੀ ਤੇ ਆਫਰ ਪਾ ਦਿੱਤੀ ਸੀ, ਸਬਜੈਕਟ ਵੀ ਰਿਮੂਵ ਕਰ ਲੈਣੇ ਜਾਂ ਸਬਜੈਕਟ ਰਿਮੂਵ ਕਰਨੇ ਆ, ਤੁਸੀਂ ਕਿਸੇ ਵੀ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦੇ ਨਾਲ ਜਾ ਕੇ ਉਹਦੀ ਕਾਰ ਤੇ ਗਰੰਟੀ ਨਹੀਂ ਪਾਉਣੀ। ਤੁਸੀਂ ਕਿਸੇ ਦੀ ਜੇ ਕਾਰ ਤੇ ਗਰੰਟੀ ਪਾਉਂਦੇ ਹੋ, ਗਰੰਟਰ ਬਣਦੇ ਹੋ, ਜਿੰਨੀ ਕਾਰ ਦੀ ਲੋਨ ਦੀ ਅਮਾਊਂਟ ਹੈ ਤੁਹਾਡੇ ਨਾਂ ਤੇ ਸ਼ੋ ਹੋਣ ਲੱਗ ਪੈਣੀ ਹੈ, ਤੁਹਾਡੀ ਮੌਰਗੇਜ ਕਲੈਪਸ ਹੋ ਸਕਦੀ ਹੈ। ਨੰਬਰ 2, ਤੁਹਾਡਾ ਦੋਸਤ ਰਿਸ਼ਤੇਦਾਰ ਕੋਈ ਵੀ ਸੱਜਣ ਜੇ ਘਰ ਲੈ ਰਿਹਾ, ਉਹਦੇ ਘਰ ਤੇ ਗਰੰਟੀ ਨਹੀਂ ਪਾਉਣੀ ਕਿਉਂਕਿ ਜੇ ਤੁਸੀਂ ਉਹ ਗਰੰਟੀ ਪਾਓਗੇ ਉਹ ਤਾਂ ਬਹੁਤ ਵੱਡੀ ਅਮਾਊਂਟ ਤੁਹਾਡੇ ਨਾਂ ਤੇ ਸ਼ੋ ਹੋਣ ਲੱਗ ਪਈ। ਡੋਂਟ, ਇਹ ਨਹੀਂ ਕਰਨਾ। ਨੰਬਰ 3, ਪ੍ਰੋਸੈਸ ਹੋਣ ਤੋਂ ਬਾਅਦ ਐਪਲੀਕੇਸ਼ਨ ਕੋਈ ਵੀ ਕ੍ਰੈਡਿਟ ਕਾਰਡ ਨਹੀਂ ਅਪਲਾਈ ਕਰਨਾ ਕਿਉਂਕਿ ਤੁਹਾਡਾ ਕ੍ਰੈਡਿਟ ਚੈੱਕ ਹੁੰਦਾ ਉਹਦੇ ਨਾਲ ਹੀ, ਉਹ ਤੁਹਾਨੂੰ ਡੈਮੇਜ ਕਰ ਸਕਦਾ। ਔਰ ਕ੍ਰੈਡਿਟ ਕਾਰਡ ਤੁਸੀਂ ਕਈ ਵਾਰ ਯੂਜ਼ ਕਰ ਜਾਂਦੇ ਹੋ, ਕ੍ਰਿਸਮਸ ਸੀਜ਼ਨ ਹੈ, ਫਟਾਫਟ ਗਏ ਕੋਈ ਸ਼ਾਪਿੰਗ ਕਰ ਲਈ, ਕਾਰਡ ਤੇ 5 10 20 ਹਜ਼ਾਰ ਡਾਲਰ ਚੱਕ ਲਿਆ, ਉਹ ਫਿਰ ਤੁਹਾਨੂੰ ਮੁੜ ਕੇ ਮੋੜਨਾ ਵੀ ਪੈ ਸਕਦਾ, ਤੁਹਾਡੇ ਕ੍ਰੈਡਿਟ ਤੇ ਹਿੱਟ ਪੈਣਾ, ਕਈ ਵਾਰ ਤੁਹਾਡਾ ਕ੍ਰੈਡਿਟ ਬਾਹਰ ਤੇ ਹੀ ਹੁੰਦਾ ਆ ਔਰ ਗਿਰ ਜਾਏਗਾ ਨੀਚੇ। ਇਹਦੇ ਨਾਲ ਨਾਲ ਕਿਸੇ ਵੀ ਬੈਂਕ ਤੋਂ ਜਾ ਕੇ ਉਸ ਸਮੇਂ ਲਾਈਨ ਆਫ ਕ੍ਰੈਡਿਟ ਅਪਲਾਈ ਨਹੀਂ ਕਰਨੀ ਕਿਉਂਕਿ ਇਹ ਵੀ ਤੁਹਾਡੇ ਕ੍ਰੈਡਿਟ ਨੂੰ ਖਰਾਬ ਕਰ ਸਕਦੀ ਹੈ। ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਹੈ, ਤੁਸੀਂ ਆਪਣੀ ਜੌਬ ਬਿਲਕੁਲ ਵੀ ਕੁਇਟ ਨਹੀਂ ਕਰਨੀ ਜੋ ਤੁਹਾਡੀ ਐਪਲੀਕੇਸ਼ਨ ਲੱਗੀ ਹੋਈ ਹੈ, ਤੇ ਨਾ ਹੀ ਜੌਬ ਸਵਿਚ ਕਰਨੀ ਹੈ। ਕਈ ਵਾਰ ਬੰਦਾ ਇਹ ਸੋਚਦਾ ਵੀ ਮੈਨੂੰ ਇੱਥੋਂ $20 ਮਿਲ ਰਹੇ ਨੇ, ਹੁਣ ਮੈਂ $21 ਦੀ ਜੌਬ ਅੱਗੇ ਲੈ ਰਿਹਾ। ਡੈਫੀਨੇਟਲੀ $1-2 ਤੁਹਾਨੂੰ ਫਾਇਦਾ ਹੋ ਸਕਦਾ ਵੀ ਤੁਹਾਡੀ ਇੱਕ ਬੈਟਰ ਜੌਬ ਹੋ ਰਹੀ ਹੈ, ਪਰ ਮੈਜੋਰਿਟੀ ਆਫ ਜੌਬਸ ਤੁਹਾਡੀਆਂ ਪ੍ਰੋਵੇਸ਼ਨ ਨਾਲ ਆਉਂਦੀਆਂ। ਉਹਨਾਂ ਨੇ 3 ਮਹੀਨੇ ਦੀ ਪ੍ਰੋਵੇਸ਼ਨ ਲਾਈ ਹੁੰਦੀ ਹੈ ਵੀ 3 ਮਹੀਨੇ ਤੁਸੀਂ ਡੈਫੀਨੇਟਲੀ $1-2 ਜਾਂ ਜ਼ਿਆਦਾ ਵੀ ਵੱਧ ਲੈ ਰਹੇ ਹੋ, ਪਰ 3 ਮਹੀਨੇ ਉਹਨਾਂ ਨੇ ਪ੍ਰੋਵੇਸ਼ਨ ਹੈ, ਤੁਹਾਨੂੰ ਚੈੱਕ ਕਰਨਗੇ, ਦੇਖਣਗੇ ਵੀ ਹਾਂ ਤੁਸੀਂ ਕੰਮ ਪ੍ਰੋਪਰ ਕਰ ਰਹੇ ਹੋ, ਤੇ ਬੈਂਕ ਤੁਹਾਡੀ ਪ੍ਰੋਵੇਸ਼ਨ ਦੀ ਫਾਈਲ ਜਿਹੜੀ ਡਿਕਲਾਈਨ ਕਰ ਦੇਗਾ। ਸੋ ਕਦੀ ਵੀ ਆਪਦੀ ਜੌਬ ਛੱਡਣੀ ਨਹੀਂ ਜਦੋਂ ਫਾਈਲ ਤੁਹਾਡੀ ਚੱਲ ਰਹੀ ਹੈ, ਤੇ ਨਾ ਹੀ ਸਵਿਚ ਕਰਨੀ ਹੈ। ਪਹਿਲਾਂ ਕਰੋ
ਜਾਂ ਫਿਰ ਮੌਰਗੇਜ ਹੋ ਲੈਣ ਦਿਓ, ਉਸ ਤੋਂ ਬਾਅਦ ਕਰੋ ਉਹਨੂੰ ਟਾਈਮ ਤੁਸੀਂ ਕੰਪਨੀ ਨਾਲ ਕੰਮ ਕਰ ਸਕਦੇ ਹੋ। ਸੋ ਇਹ ਡੋਂਟਸ ਦੇ ਵਿੱਚ ਹੀ ਜਾ ਜਾਂਦੀਆਂ, ਹੋਰ ਵੀ ਬਹੁਤ ਸਾਰੀਆਂ ਨੇ, ਆਪਾਂ ਅੱਗੇ ਗੱਲ ਕਰਦੇ ਕਰਦੇ ਉਹਨਾਂ ਬਾਰੇ ਵੀ ਗੱਲ ਕਰਾਂਗੇ। ਨਾਲ ਤੁਸੀਂ ਬੈਂਕ ਦੀ ਗੱਲ ਕੀਤੀ ਹੈ ਕਿ ਬੈਂਕ ਵਾਲੇ ਆ ਜਿਹੜੇ ਉਹ ਕਿਤੇ ਵੀ ਜਾ ਕੇ ਤੁਹਾਨੂੰ ਕੁਝ ਨਾ ਕੁਝ ਪੁੱਛ ਸਕਦੇ ਆ। ਹੁਣ ਮਨੀ ਤੁਸੀਂ ਡਿਪੋਜ਼ਿਟ ਕਰਵਾਈ ਆ, ਉਹ ਕਿੰਨੇ ਟਾਈਮ ਪਹਿਲਾਂ ਕਰਵਾਉਣੀ ਚਾਹੀਦੀ ਹੈ? ਹੁਣ ਸਡਨਲੀ ਤੁਹਾਡੇ ਅਕਾਊਂਟ 'ਚ ਮਨੀ ਆ ਗਈ, ਬੈਂਕ ਪੁੱਛ ਸਕਦਾ ਤੁਹਾਨੂੰ? ਐਗਜ਼ੈਕਟਲੀ ਪੁੱਛ ਸਕਦਾ। ਜਿਹੜਾ ਲਾਂਡਰਿੰਗ ਲਾਫ ਲਾਂਡਰਿੰਗ ਹੈਗਾ ਜੀ, ਉਹਦੇ ਅੰਡਰ ਉਹ ਤੁਹਾਡੀ ਮਨੀ ਦਾ ਸੋਰਸ ਹਮੇਸ਼ਾ ਪੁੱਛਦੇ ਨੇ। ਜੇ ਤੁਹਾਡੇ ਕੋਲ ਮਨੀ 90 ਡੇਜ਼ ਪਹਿਲਾਂ ਦੀ ਪਈ ਹੋਈ ਆ ਆਪਦੇ ਅਕਾਊਂਟ ਦੇ ਵਿੱਚ, ਫਿਰ ਯੂਜ਼ਲੀ ਉਹ ਕਈ ਵਾਰ ਨਹੀਂ ਪੁੱਛਦੇ। ਸੋ ਘੱਟੋ ਘੱਟ 90 ਦਿਨ ਪਹਿਲਾਂ ਫੰਡਸ ਤੁਹਾਡੇ ਕੋਲ ਹੋਣੇ ਚਾਹੀਦੇ ਆ। ਪਰ ਇਹ ਨਹੀਂ ਹੈ ਕਿ ਉਹ ਨਹੀਂ ਪੁੱਛ ਸਕਦੇ। ਬੈਂਕ ਤੁਹਾਨੂੰ ਸਾਲ ਦੀ ਵੀ ਹਿਸਟਰੀ ਮੰਗ ਸਕਦਾ ਕਿ ਸਾਨੂੰ ਸੋਰਸ ਆਫ ਫੰਡਸ ਦਿਓ। ਕਈ ਵਾਰ 2 ਮਿਲੀਅਨ 3 ਮਿਲੀਅਨ ਦਾ ਘਰ ਹੈ, ਤੁਸੀਂ 3-4 ਲੱਖ ਡਾਲਰ ਆਪਣੇ ਅਕਾਊਂਟ 'ਚ ਰੱਖਿਆ ਹੋਇਆ, ਸੋ ਵੱਡੀ ਅਮਾਊਂਟ ਹੈ। ਉਹਦੇ ਲਈ ਬੈਂਕ ਤੁਹਾਨੂੰ 1 ਸਾਲ ਪਹਿਲਾਂ ਵੀ ਪੁੱਛ ਸਕਦਾ ਕਿ ਇਹਦਾ ਸੋਰਸ ਦੱਸੋ, ਕਿੱਥੋਂ ਆਏ ਸੀ ਫੰਡਸ, ਉਹ ਸੋਰਸ ਦੱਸਣਾ ਪੈ ਸਕਦਾ। ਪਰ ਜਨਰਲੀ 90 ਡੇਜ਼ ਪਹਿਲਾਂ ਮਨੀ ਆਪਾਂ ਲੈਣੀ ਆ। ਪਰ ਜੇ ਤੁਸੀਂ ਗਿਫਟ ਲੈਣਾ ਆ, ਉਹਦੇ ਵਾਸਤੇ ਕੋਈ ਐਡੀ ਲੰਬੀ ਚੌੜੀ ਗੱਲਬਾਤ ਨਹੀਂ ਹੈ, ਕਿਉਂਕਿ ਗਿਫਟ ਦਾ ਸੋਰਸ ਫਿਰ ਤੁਹਾਡਾ ਰਿਲੇਟਿਵ ਹੋ ਗਿਆ। ਉਹ ਤੁਸੀਂ 15 ਦਿਨ ਪਹਿਲਾਂ, 20 ਦਿਨ ਪਹਿਲਾਂ, ਹਫ਼ਤਾ ਪਹਿਲਾਂ ਵੀ ਲੈ ਸਕਦੇ। ਅੱਛਾ, ਰਿਲੇਟਿਵ ਨੂੰ ਕੋਈ ਨਹੀਂ ਪੁੱਛਦਾ ਵੀ ਤੁਸੀਂ ਕਿੱਥੋਂ ਲੈਂਦੇ ਆ ਪੈਸੇ। ਹਾਂਜੀ ਸੋ ਇਹ ਚੀਜ਼ਾਂ ਵੀ ਬਹੁਤ ਸਾਰੀਆਂ ਮੈਟਰ ਕਰਦੀਆਂ, ਕਿਉਂਕਿ ਰਿਲੇਟਿਵ ਕਈ ਵਾਰ ਕਹਿੰਦੇ ਜੇ ਸਾਨੂੰ ਪੁੱਛ ਲਿਆ ਫੇਰ, ਸੋ ਇਦਾਂ ਦੇ ਕੁਐਸਚਨ ਵੀ ਜਿਹੜੇ ਸਾਹਮਣੇ ਆ ਜਾਂਦੇ ਨੇ। ਹਾਂਜੀ, ਮੋਟੇ ਤੌਰ ਤੇ ਰਿਲੇਟਿਵ ਨੂੰ ਨਹੀਂ ਪੁੱਛਦੇ ਉਹ, ਕਿਉਂਕਿ ਰਿਲੇਟਿਵ ਜਿਹੜੇ ਨੇ ਅਮਾਉਂਟ ਆਪਣੇ ਅਕਾਊਂਟ 'ਚੋਂ ਭੇਜ ਰਿਹਾ ਹੁੰਦਾ, ਉਹ ਸੋਰਸ ਤਾਂ ਉਹ ਚੈੱਕ ਕਰਦੇ ਨੇ ਤੁਹਾਡੇ ਅਕਾਊਂਟ ਦਾ ਜਿੱਥੇ ਟ੍ਰਾਂਸਫਰ ਆਇਆ। ਜੇ ਵਿਦਿਨ ਕੈਨੇਡਾ ਆਇਆ ਤਾਂ ਉਹ ਕਿਸੇ ਬੈਂਕ ਤੋਂ ਹੀ ਆਇਆ ਹੋਏਗਾ, ਜਾਂ ਡਰਾਫਟ ਬਣ ਕੇ ਆਇਆ ਹੋਏਗਾ। ਉਹ ਡਰਾਫਟ ਦੇ ਉੱਤੇ ਯੂਜ਼ਲੀ ਉਸ ਬੈਂਕ ਦਾ ਨਾਮ ਹੁੰਦਾ ਜਿੱਥੋਂ ਫੰਡਸ ਆ ਰਹੇ ਨੇ, ਉਹਨੂੰ ਟਰੈਕ ਕਰ ਸਕਦੇ ਨੇ। ਤੇ ਜੇ ਓਵਰਸੀਜ਼ ਆ ਰਹੇ ਨੇ, ਉਹ ਵੀ ਥਰੂ ਅਕਾਊਂਟ ਹੀ ਟ੍ਰਾਂਸਫਰ ਆਉਣਗੇ। ਤੇ ਜੇ ਇੰਡੀਆ ਦੀ ਬੈਂਕ 'ਚੋਂ ਪੈਸੇ ਆ ਰਹੇ ਨੇ, ਮੈਜੋਰਿਟੀ ਆਫ ਦੀ ਟਾਈਮਸ ਉਹ ਜਿਹੜੀ ਬੈਂਕ 'ਚ ਮਨੀ ਹੈ, ਵਾਈਟ ਮਨੀ, ਠੀਕ ਮਨੀ ਹੋਏਗੀ। ਸੋ ਇਸ ਤਰ੍ਹਾਂ ਉਹ ਕੰਮ ਬਿਲਕੁਲ। ਕੈਸ਼ ਮਨੀ ਦਾ ਥੋੜਾ ਹੁੰਦਾ ਹੈ ਕਿ ਜੇ ਤੁਸੀਂ 10,000 ਤੋਂ ਉੱਤੇ ਵੈਲਿਊ ਜਿਹੜੀ ਹੁੰਦੀ ਹੈ ਤਾਂ ਫਿਰ ਬੈਂਕ ਪੁੱਛ ਸਕਦਾ, ਉਦੋਂ ਘੱਟ ਨਹੀਂ ਪੁੱਛ ਸਕਦਾ। ਸੋ ਬਹੁਤ ਨਿੱਕੀਆਂ ਗੱਲਾਂ ਹੁੰਦੀਆਂ ਨੇ, ਪਰ ਤੁਹਾਨੂੰ ਇਹ ਧਿਆਨ 'ਚ ਜ਼ਰੂਰ ਰੱਖਣੀਆਂ ਪੈਂਦੀਆਂ ਨੇ। ਹੁਣ ਸ਼ਰਮਾ ਜੀ ਦੇਖੋ ਕਿ ਆਪਣੀ ਸਾਰੀ ਮੌਰਗੇਜ ਅਪਰੂਵ ਹੋ ਗਈ, ਸਭ ਕੁਝ ਹੋ ਗਿਆ, ਹੁਣ ਐਂਡ ਟਾਈਮ ਦੇ ਉੱਤੇ ਵੀ ਬੈਂਕ ਡਿਨਾਈ ਕਰ ਸਕਦੀ ਹੈ? ਡੈਫੀਨੇਟਲੀ। ਦੇਖੋ ਇਹਦੇ 'ਚ ਕੀ ਹੈ ਕਿ ਜਦੋਂ ਵੀ ਆਪਾਂ ਬੈਂਕ ਦੇ ਨਾਲ ਮੌਰਗੇਜ ਕਰ ਰਹੇ ਹੁੰਦੇ ਆ, ਬੈਂਕ ਨੂੰ ਆਪਾਂ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ ਕੋਲੋਂ, ਮੇਰੀ ਆਹ ਜੌਬ ਹੈ, ਮੇਰੀ ਇੰਨੀ ਇਨਕਮ ਹੈ, ਮੇਰੇ ਕੋਲ ਇੰਨੀ ਡਾਊਨ ਪੇਮੈਂਟ ਹੈ, ਆਹ ਮੇਰੀ ਬੈਂਕ ਹੈ, ਔਰ ਮੈਂ ਇੱਥੇ ਰਹਿਣਾ, ਆਪਣੀ ਸਾਰੀ ਇਨਫੋਰਮੇਸ਼ਨ ਦਿੱਤੀ ਹੁੰਦੀ ਆ। ਕਿਤੇ ਨਾ ਕਿਤੇ ਬੈਂਕ ਨੂੰ ਜਾ ਕੇ ਇਹ ਲੱਗੇ ਵੀ ਤੁਸੀਂ ਆਪਣੀ ਐਪਲੀਕੇਸ਼ਨ 'ਚ ਕਿਤੇ ਝੂਠ ਬੋਲਿਆ, ਕੋਈ ਇਨਫੋਰਮੇਸ਼ਨ ਤੁਹਾਡੀ ਮੈਚ ਨਹੀਂ ਕਰ ਰਹੀ, ਜਾਂ ਤੁਹਾਡਾ ਜਿਹੜਾ EMPLOYER ਹੈ ਉਹਨੇ ਤੁਹਾਡੀ ਜਿਹੜੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ ਉਹਦੇ ਰੈਲੇਵੈਂਟ ਆਨਸਰ ਨਹੀਂ ਦਿੱਤੇ। ਤੁਸੀਂ ਕਿਹਾ ਮੈਨੂੰ ਇੰਨੇ ਡਾਲਰ ਘੰਟੇ ਦੇ ਮਿਲਦੇ ਨੇ, ਤੇ EMPLOYER ਕਹਿੰਦਾ ਨਹੀਂ ਇੰਨੇ ਦੇ ਮਿਲਦੇ। ਜਾਂ ਤੁਸੀਂ ਕਹਿੰਦੇ ਹੋ ਮੈਂ ਇਸ ਲੋਕੇਸ਼ਨ ਤੇ ਕੰਮ ਕਰਦਾ ਹਾਂ ਜਾਂ ਕਰਦੀ ਹਾਂ, ਤੇ EMPLOYER ਕਹਿੰਦਾ ਨਹੀਂ ਇੱਥੇ ਨਹੀਂ ਕੰਮ ਕਰਦੇ। ਉਸ ਟਾਈਮ ਤੁਹਾਡੀ ਐਪਲੀਕੇਸ਼ਨ ਡਿਨਾਈ 1 ਦਿਨ ਪਹਿਲਾਂ ਵੀ ਹੋ ਸਕਦੀ ਹੈ, 2 ਦਿਨ ਪਹਿਲਾਂ ਵੀ ਹੋ ਸਕਦੀ ਹੈ, ਐਨੀ ਟਾਈਮ ਐਪਲੀਕੇਸ਼ਨ ਡਿਨਾਈ ਹੋ ਸਕਦੀ ਹੈ। ਸੋ ਇਸ ਕਰਕੇ ਬਹੁਤ ਇੰਪੋਰਟੈਂਟ ਹੁੰਦਾ ਵੀ ਜਿਹੜੀ ਆਪਾਂ ਇਨਫੋਰਮੇਸ਼ਨ ਦੇ ਰਹੇ ਹਾਂ ਉਹ ਐਕੂਰੇਟ ਹੋਵੇ, ਕਰੈਕਟ ਹੋਵੇ। ਜਿੰਨੀ ਇਨਫੋਰਮੇਸ਼ਨ ਪਤਾ ਹੈ ਉਨੀ ਦਿਓ। ਕਈ ਵਾਰ ਜ਼ਿਆਦਾ ਇਨਫੋਰਮੇਸ਼ਨ ਦੇਣ ਦੇ ਚੱਕਰ ਦੇ ਵਿੱਚ ਵੀ ਆਪਾਂ, ਕਿਉਂਕਿ ਕਈ ਵਾਰ ਤੁਹਾਡੇ ਕੋਲ 5 ਸਾਲ ਪੁਰਾਣੀ ਇਨਫੋਰਮੇਸ਼ਨ ਮੰਗਦੇ ਆ, ਕਿੱਥੇ ਕਿੱਥੇ ਰਹੇ। ਛੋਟੀ ਜਿਹੀ ਐਗਜ਼ਾਮਪਲ ਦਿੰਦਾ ਮੈਂ, ਆਪਾਂ ਨੂੰ ਯਾਦ ਹੁੰਦਾ ਨਹੀਂ ਕਈ ਵਾਰ ਐਡਰੈਸ, ਆਪਾਂ ਗਲਤ ਐਡਰੈਸ ਦੇ ਦਿੰਦੇ ਹਾਂ। ਵੈਸੇ ਦੇਤਾ ਸਰ ਜੀ 116 ਤੇ ਰਹਿੰਦੇ ਆ ਜਾਂ 122 ਤੇ ਰਹਿੰਦੇ ਆ, ਵਟਐਵਰ ਹੈ ਨਾ ਜੀ। ਤੇ ਉਹ ਜੇ ਕਿਤੇ ਉਹ ਚੈੱਕ ਕਰ ਲਿਆ ਐਡਰੈਸ ਤੇ ਤੁਸੀਂ ਉੱਥੇ ਨਹੀਂ ਰਹਿੰਦੇ ਸੀ, ਬਿਨਾਂ ਮਤਲਬ ਤੋਂ ਆਪਾਂ ਆਪਣੀ ਐਪਲੀਕੇਸ਼ਨ ਖਰਾਬ ਕਰ ਲਈ। ਜੇ ਨਹੀਂ ਪਤਾ ਤੇ ਗਲਤ ਇਨਫੋਰਮੇਸ਼ਨ ਦੇਣ ਦੀ ਬਜਾਏ ਵੇਟ ਕਰ ਲਓ ਜੀ, ਆਪਣੀ ਕੋਈ ਪੁਰਾਣੇ ਲੈਟਰਸ ਲੱਭ ਲਓ, ਕੋਈ ਆਈਡੀਜ਼ ਲੱਭ ਲਓ, ਫੇਰ ਇਨਫੋਰਮੇਸ਼ਨ ਪਾਓ, ਗਲਤ ਇਨਫੋਰਮੇਸ਼ਨ ਨਾ ਦਿਓ। ਇਹ ਬਹੁਤ ਜ਼ਰੂਰੀ ਹੈ। ਬਿਲਕੁਲ। ਇੱਕ ਅੰਡਰਰਾਈਟਰ ਰੈੱਡ ਫਲੈਗ ਵੀ ਦੇ ਸਕਦਾ ਹੈ, ਉਹ ਕਿਉਂ ਹੁੰਦਾ ਹੈ? ਹਾਂਜੀ, ਰੈੱਡ ਫਲੈਗ ਉਦੋਂ ਹੀ ਹੁੰਦਾ ਜਦੋਂ ਤੁਹਾਡੀ ਕੋਈ ਇਨਫੋਰਮੇਸ਼ਨ ਉਹਨਾਂ ਨੂੰ ਲੱਗਦਾ ਗਲਤ ਹੈ ਤੇ ਤੁਹਾਡੀ ਐਪਲੀਕੇਸ਼ਨ ਫਰਾਡ ਦੇ ਵਿੱਚ ਵੀ ਜਾਂਦੀ ਹੈ। ਫਰਾਡ ਦਾ ਮਤਲਬ ਅਗੇਨ ਉਹੀ ਹੈ ਕਿ ਜੋ ਤੁਸੀਂ ਕਿਹਾ ਸੀ ਉਹ ਸਹੀ ਨਹੀਂ ਹੈਗਾ, ਉਹ ਗਲਤ ਹੈਗਾ। ਜਾਂ ਤੁਹਾਡੀ ਇਨਕਮ ਦੇ ਬੇਸ 'ਤੇ ਹੋ ਸਕਦਾ, ਤੁਹਾਡੀ ਜਿਵੇਂ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਜਾਂ ਨਹੀਂ ਉਹਦੇ ਬੇਸ 'ਤੇ ਹੋ ਸਕਦਾ, ਜਿਹੜੀ ਪ੍ਰਾਪਰਟੀ ਖਰੀਦ ਰਹੇ ਹੋ ਉਹਦੀ ਇਨਫੋਰਮੇਸ਼ਨ ਮਿਸ ਇਨਫੋਰਮੇਸ਼ਨ ਹੋ ਸਕਦੀ ਹੈ। ਕੋਈ ਵੀ ਚੀਜ਼ ਜਿਹੜੀ ਉਹਨਾਂ ਨੂੰ ਲੱਗੇ ਕਿ ਇਹ ਇਹਨਾਂ ਨੇ ਝੂਠ ਬੋਲੀ ਹੈ ਜਾਂ ਫਰਾਡੈਂਟ ਇਨਫੋਰਮੇਸ਼ਨ ਹੈ। ਬੈਂਕ ਦੇ ਵਿੱਚ ਤੁਸੀਂ ਕਿਹਾ ਮੇਰੇ ਕੋਲ ਇੰਨੇ ਪੈਸੇ ਆ ਤੇ ਬੈਂਕ 'ਚ ਉਹਨੇ ਹੈ ਨਹੀਂਗੇ, ਉਹ ਵੀ ਗਲਤ ਇਨਫੋਰਮੇਸ਼ਨ ਹੋ ਗਈ। ਸੋ ਉਹਦੇ ਬੇਸ ਤੇ ਰੈੱਡ ਫਲੈਗ ਹੁੰਦੀ ਹੈ ਜੀ। ਅੱਛਾ ਸ਼ਰਮਾ ਜੀ, ਇੱਕ ਤਾਂ ਬੈਂਕਾਂ ਮੌਰਗੇਜ ਕਰਦੀਆਂ ਨੇ, ਇੱਕ ਬ੍ਰੋਕਰ ਹੁੰਦੇ ਆ ਜਿਹੜੇ ਮੌਰਗੇਜ ਕਰਦੇ ਨੇ, ਫਰਕ ਕੀ ਹੁੰਦਾ? ਹਾਂਜੀ, ਦੇਖੋ ਐਟ ਦੀ ਐਂਡ ਸਾਰੀਆਂ ਮੌਰਗੇਜ ਵੈਸੇ ਤਾਂ ਬੈਂਕਾਂ ਹੀ ਕਰਦੀਆਂ ਨੇ। ਜਿਹੜੇ ਬੈਂਕਾਂ ਦੇ EMPLOYEES ਨੇ, ਉਹਨਾਂ ਦੇ ਮੌਰਗੇਜ ਸਪੈਸ਼ਲਿਸਟ ਨੇ, ਉਹ ਬੈਂਕ 'ਚ ਬੈਠ ਕੇ ਲੋਕਾਂ ਦੇ ਨਾਲ ਡੀਲਿੰਗ ਕਰਦੇ ਨੇ। ਜਿਹੜੇ ਬ੍ਰੋਕਰ ਹੁੰਦੇ ਨੇ ਇਹ ਬੈਂਕ ਦੇ ਵਿੱਚ ਨਹੀਂ ਬੈਠਦੇ, ਉਹ ਬੈਂਕ ਤੋਂ ਬਾਹਰ ਆਪਦੇ ਆਫਿਸ 'ਚ ਕਿਤੇ ਨਾ ਕਿਤੇ ਬੈਠਦੇ ਨੇ, ਕਿਸੇ ਨਾ ਕਿਸੇ ਕੰਪਨੀ ਦਾ ਉਹਨਾਂ ਲਾਇਸੈਂਸ ਲੱਗੇ ਹੁੰਦੇ ਨੇ। ਬੈਂਕ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਨੇ ਉਹ ਸਪੈਸੀਫਿਕ ਉਸੇ ਬੈਂਕ ਨਾਲ ਕੰਮ ਕਰਦੇ ਨੇ, ਉਸੇ ਬੈਂਕ ਦੀਆਂ ਗਾਈਡਲਾਈਨਸ ਨੂੰ ਫੋਲੋ ਕਰਦੇ ਨੇ, ਉਸੇ ਬੈਂਕ ਦੇ ਪ੍ਰੋਡਕਟ ਉਹਨਾਂ ਨੇ ਵੇਚਣੇ ਆ ਤੇ ਉਸੇ ਬੈਂਕ ਦੇ ਕੋਲੋਂ ਤਨਖਾਹ ਵੀ ਲੈਣੀ ਆ। ਇਸ ਕਰਕੇ ਉਹਨਾਂ ਨੇ ਮੋਟੇ ਤੌਰ ਤੇ ਉਸ ਬੈਂਕ ਦੇ ਨਾਲ ਜਿੰਨਾ ਕੰਮ ਕਰਦੇ ਆ ਉਹਦੇ ਫਾਇਦੇ ਦੀ ਗੱਲ ਕਰਨੀ ਆ, ਉਹਦੇ ਪ੍ਰੋਡਕਟਸ ਵੇਚਣ ਦੀ ਗੱਲ ਕਰਨੀ ਆ, ਉਹਦੀਆਂ ਗਾਈਡਲਾਈਨਸ ਦੀ ਗੱਲ ਕਰਨੀ ਆ।
ਹੁਣ ਆਪਾਂ ਬ੍ਰੋਕਰ ਤੇ ਆ ਜਾਂਦੇ ਆ। ਜਿਹੜਾ ਬ੍ਰੋਕਰ ਹੈ ਉਹਨੂੰ ਪੈਸੇ ਤਾਂ ਮਿਲਣੇ ਆ ਜੇ ਮੌਰਗੇਜ ਹੋਏਗੀ। ਸੋ ਮੌਰਗੇਜ ਉਹਨੇ ਕਿਹਦੇ ਕਰਨੀ ਹੈ? ਕਲਾਇੰਟ ਦੀ। ਤੋ ਇਸ ਕਰਕੇ ਬ੍ਰੋਕਰ ਕਲਾਇੰਟ ਵਾਸਤੇ ਕੰਮ ਕਰਦਾ, ਉਹ ਦੌੜ ਭੱਜ ਕਰਦਾ, ਕੋਸ਼ਿਸ਼ ਕਰਦਾ, ਵਧੀਆ ਰੇਟ ਲੈ ਕੇ ਦਿੰਦਾ, ਡਿਫਰੈਂਟ ਬੈਂਕਾਂ ਦੇ ਨਾਲ ਉਹ ਜਾ ਕੇ ਡਿਬੇਟ ਕਰਦਾ, ਨਹੀਂ ਮੈਨੂੰ ਆਹ ਰੇਟ ਦਿਓ, ਨਹੀਂ ਸਾਨੂੰ ਆਹ ਵਾਲੀ ਟਰਮ ਦਿਓ, ਕਿਉਂਕਿ ਉਹ ਕਲਾਇੰਟ ਦੇ ਵਾਸਤੇ, ਕਲਾਇੰਟ ਦੇ ਭਲੇ ਵਾਸਤੇ ਕੰਮ ਕਰਦਾ। ਜਿਹੜਾ ਬੈਂਕ ਦਾ ਹੈ ਉਹ ਬੈਂਕ ਦੇ ਭਲੇ ਵਾਸਤੇ ਕੰਮ ਕਰਦਾ। ਸੋ ਲੱਗਦਾ ਕਈ ਵਾਰ ਇਹ ਆ ਵੀ ਆਹ ਬਿਲਡਿੰਗ ਹੈ ਜੀ ਐਡੀ ਵੱਡੀ, ਉਹਦੇ 'ਚ ਬੰਦੇ ਬੈਠੇ ਨੇ ਟਾਈ ਲਾ ਕੇ, ਇਹ ਸਾਨੂੰ ਜ਼ਿਆਦਾ ਵਧੀਆ ਡੀਲਾਂ ਦੇ ਸਕਦੇ ਨੇ, ਜ਼ਿਆਦਾ ਵਧੀਆ ਕੰਮ ਕਰ ਸਕਦੇ ਨੇ, ਪਰ ਐਕਚੁਅਲੀ ਇਹਦੇ ਆਪੋਜ਼ਿਟ ਹੈ। ਜਿਹੜੇ ਬ੍ਰੋਕਰਸ ਬਾਹਰ ਬੈਠੇ ਹੁੰਦੇ ਨੇ, ਜਿਨ੍ਹਾਂ ਦੇ ਆਪਦੇ ਆਫਿਸ ਹੁੰਦੇ ਨੇ, ਉਹ ਜ਼ਿਆਦਾ ਵਧੀਆ ਡੀਲਸ ਤੁਹਾਨੂੰ ਕਈ ਵਾਰ ਸ਼ਾਪ ਅਰਾਊਂਡ ਕਰਕੇ ਦੇ ਸਕਦੇ ਹੁੰਦੇ ਨੇ, ਉਹ ਜ਼ਿਆਦਾ ਆਵਰਸ ਤੁਹਾਡੇ ਲਈ ਕੰਮ ਕਰ ਸਕਦੇ ਹੁੰਦੇ ਨੇ। ਬੈਂਕ ਵਾਲੇ ਤਾਂ 5 ਵਜੇ ਮੀਟਰ ਡਾਊਨ ਘਰ ਗਏ ਆਪਣਾ ਖਤਮ। ਬ੍ਰੋਕਰਾਂ ਨੂੰ ਤਾਂ ਤੁਹਾਡੀ ਫਾਈਲ ਦੇ ਉੱਤੇ ਰਾਤ ਦੇ 11-12 ਵਜੇ ਤੱਕ ਸਾਰੀ ਰਾਤ ਵੀ ਕਈ ਵਾਰ ਲੱਗੇ ਰਹਿੰਦੇ ਨੇ, ਕਿਉਂਕਿ ਜੇ ਉਹ ਫਾਈਲ ਕਰਨਗੇ ਤਾਂ ਉਹਨਾਂ ਨੂੰ ਪੈਸੇ ਮਿਲਣਗੇ, ਤਾਂ ਉਹਨਾਂ ਨੂੰ ਕਮਿਸ਼ਨ ਆਏਗਾ, ਨਹੀਂ ਤਾਂ ਉਹ ਉਹਨਾਂ ਦਾ ਘਰ ਕਿਵੇਂ ਚੱਲੇਗਾ। ਸੋ ਇਹ ਮੋਟੇ ਤੌਰ ਤੇ ਫਰਕ ਹੈ। ਜਿਹੜੇ ਬੈਂਕ ਦੇ ਸਪੈਸ਼ਲਿਸਟ ਨੇ ਉਹ ਬੈਂਕ 'ਚ ਕੰਮ ਕਰਦੇ ਨੇ, ਬੈਂਕ ਵਾਸਤੇ ਕੰਮ ਕਰਦੇ ਨੇ, ਬੈਂਕ ਦੇ ਪ੍ਰੋਡਕਟ ਹੀ ਵੇਚ ਸਕਦੇ ਨੇ। ਇੱਕ ਛੋਟੀ ਜਿਹੀ ਮੈਂ ਐਗਜ਼ਾਮਪਲ ਦੇ ਦਿੰਦਾ ਤੁਹਾਨੂੰ। ਇੱਕ ਇਹ ਬੈਂਕ ਹੈ, ਆਪਾਂ ਨਾਮ ਨਹੀਂ ਲੈਂਦੇ ਕਿਸੇ ਬੈਂਕ ਦਾ, ਉਹਨਾਂ ਦੇ ਕੋਲ ਇੱਕ ਪ੍ਰੋਡਕਟ ਹੈ ਜਿਹੜਾ ਕਿ ਸੈਲਫ ਇੰਪਲਾਈਡ ਲਈ ਵਧੀਆ ਹੈਗਾ ਜੀ, ਪਰ ਉਹਨਾਂ ਕੋਲ ਜਿਹੜੇ ਦੂਜੇ ਪ੍ਰੋਡਕਟ ਨੇ ਉਹ ਜਿਹੜੇ ਜੌਬਸ ਕਰਦੇ ਨੇ ਲੋਕ, ਉਹਨਾਂ ਵਾਸਤੇ ਵਧੀਆ ਨਹੀਂ ਹੈਗਾ। ਹੁਣ ਤੁਸੀਂ ਜੇ ਇੱਕ ਬੰਦਾ ਜੌਬ ਵਾਲਾ, ਅੱਛੀ ਜੌਬ ਵਾਲਾ ਉਸ ਬੈਂਕ ਦੇ ਵਿੱਚ ਚਲਾ ਗਿਆ ਤੇ ਉਹਨੇ ਅਪਲਾਈ ਕੀਤਾ, ਉਸ ਬੈਂਕ ਵਾਲੇ ਬੰਦੇ ਨੂੰ ਪਤਾ ਵੀ ਸਾਡੀ ਬੈਂਕ ਦੇ ਕੋਲੇ ਪ੍ਰੋਡਕਟ ਇੰਨਾ ਵਧੀਆ ਨਹੀਂ, ਪਰ ਨਾਲ ਦੀ ਬੈਂਕ ਉਹ ਵਧੀਆ ਹੈਗਾ, ਪਰ ਬੈਂਕ ਵਾਲਾ ਕਦੇ ਵੀ ਇਹ ਨਹੀਂ ਕਹਿ ਸਕਦਾ ਭਾਈ ਸਾਹਿਬ ਤੁਸੀਂ ਨਾਲ ਦੀ ਬੈਂਕ ਚਲੇ ਜਾਓ, ਕਿਉਂਕਿ ਉਹ ਤਾਂ ਉੱਥੇ ਜੌਬ ਕਰਦਾ, ਇੱਦਾਂ ਕਹਿ ਹੀ ਨਹੀਂ ਸਕਦਾ, ਉਹਦੀ ਆਪ ਦੀ ਜੌਬ ਖਰਾਬ ਹੋ ਜਾਏਗੀ। ਜਦ ਕਿ ਜੇ ਤੁਸੀਂ ਬ੍ਰੋਕਰ ਕੋ ਆਉਂਦੇ ਹੋ, ਉਹਨੂੰ ਪਤਾ ਵੀ ਸੈਲਫ ਇੰਪਲਾਈਡ ਦੀ ਫਾਈਲ ਇਸ ਬੈਂਕ 'ਚੋਂ ਵਧੀਆ ਨਿਕਲਦੀ ਹੈ, ਔਰ ਰੈਗੂਲਰ ਜੌਬ ਵਾਲਿਆਂ ਦੀ, ਰੈਗੂਲਰ ਇਨਕਮ ਵਾਲਿਆਂ ਦੀ ਜਿਹੜੀ ਫਾਈਲ ਹੈ ਉਹ ਇਹ ਬੈਂਕ ਜਿਹੜਾ ਅਗਰੈਸਿਵਲੀ ਜਲਦੀ ਕਰਦਾ। ਉਹ ਡਿਫਰੈਂਟ ਕਲਾਇੰਟ ਦੇ ਹਿਸਾਬ ਨਾਲ ਡਿਫਰੈਂਟ ਆਪਾਂ ਬੈਂਕਾਂ ਨੂੰ ਫਾਈਲ ਭੇਜ ਸਕਦੇ ਹਾਂ। ਸੋ ਇਹ ਬਹੁਤ ਵੱਡਾ ਇੱਕ ਆਨਸਰ ਹੈ, ਬਹੁਤ ਵੱਡੀ ਇੱਕ ਟਿਪ ਵੀ ਹੈ ਮੈਂ ਕਹਿ ਸਕਦਾ ਅੱਜ ਦੀ, ਵੀ ਤੁਹਾਡੀ ਹਰੇਕ ਬੰਦਾ ਡਿਫਰੈਂਟ ਹੈ ਇੱਥੇ। ਬਿਲਕੁਲ ਕਈ ਲੋਕ 2-2 ਜੌਬਾਂ ਕਰਦੇ ਨੇ, ਕਈ ਲੋਕ ਸੈਲਫ ਇੰਪਲਾਈਡ ਨੇ, ਆਪਣਾ ਬਿਜ਼ਨਸ ਚਲਾਉਂਦੇ ਨੇ ਤੇ ਉਹਦੇ ਇੰਪਲਾਈ ਨੇ। ਫੋਰ ਐਗਜ਼ਾਮਪਲ ਇੱਕ ਫਰੇਮਰ ਹੈ ਬੰਦਾ, ਉਹ 2-3 ਘਰ ਮਹੀਨੇ ਦੇ ਕਰਦਾ, 70-80 ਹਜ਼ਾਰ ਲੱਖ ਡਾਲਰ ਦੀ ਉਹਦੀ ਕੰਪਨੀ ਇਨਕਮ ਹੈ, ਉਹਦੇ 'ਚ ਉਹ ਆਪਣੇ ਵਾਸਤੇ ਹਰ ਮਹੀਨੇ 10,000 ਜਾਂ 5,000 ਦੀ ਚੈੱਕ ਕੱਢਦਾ। ਉਹ ਸੈਲਫ ਇੰਪਲਾਈਡ ਹੈ, ਉਹ ਇੰਪਲਾਈਡ ਵੀ ਆਪਣੀ ਕੰਪਨੀ 'ਚ ਹੀ ਹੈ, ਉਹਦਾ ਪ੍ਰੋਡਕਟ ਡਿਫਰੈਂਟ ਹੋਏਗਾ। ਇੱਕ ਬੰਦਾ ਉਬਰ ਚਲਾ ਰਿਹਾ, ਟੈਕਸੀ ਚਲਾ ਰਿਹਾ, ਉਹਦੀ ਉਬਰ ਆਪਦੀ ਨਹੀਂ ਹੈ, ਉਹ ਕਾਰ ਹੀ ਚਲਾ ਰਿਹਾ, ਉਹ ਵੀ ਸੈਲਫ ਇੰਪਲਾਈਡ ਹੈ, ਉਹਦਾ ਪ੍ਰੋਡਕਟ ਡਿਫਰੈਂਟ ਹੋਏਗਾ। ਇੱਕੋ ਹੀ ਆਪਾਂ ਜੇ ਲੇਡੀ ਦੀ ਐਗਜ਼ਾਮਪਲ ਲਈਏ, ਉਹ ਦਿਨੇ ਇੱਕ ਜੌਬ ਕਰਦੀ ਹੈ ਜਿੱਥੇ ਉਹਨੂੰ 20-25 ਵਟਐਵਰ ਡਾਲਰਸ ਮਿਲਦੇ ਨੇ, ਔਰ ਸ਼ਾਮ ਨੂੰ ਕੋਈ ਕਲੀਨਿੰਗ ਦਾ ਕੰਟਰੈਕਟ ਵੀ ਹੈ, ਉਹ ਮਿਕਸ ਹੋ ਗਈ, ਉਹ ਕੋਈ ਸੈਲਫ ਇੰਪਲਾਈਡ ਵੀ ਹੈ ਤੇ ਉਹਦੇ ਕੋਲ ਜੌਬ ਵੀ ਹੈ, ਉਹ ਲਈ ਕੋਈ ਡਿਫਰੈਂਟ ਪ੍ਰੋਡਕਟ ਡਿਜ਼ਾਈਨ ਹੋਏਗਾ। ਇੱਕ ਬੰਦੇ ਨੇ, ਉਹਨਾਂ ਨੇ ਜ਼ਮੀਨ ਲੈਣੀ ਆ ਜਿਹਦੇ ਵਿੱਚ ਘਰ ਹੈ ਤੇ ਨਾਲ ਫਾਰਮ ਆ, ਉਹਦਾ ਡਿਫਰੈਂਟ ਪ੍ਰੋਡਕਟ ਹੋਏਗਾ। ਸੋ ਹਰੇਕ ਇੰਡੀਵਿਜੂਅਲ ਡਿਫਰੈਂਟ ਹੈ, ਹਰੇਕ ਇੰਡੀਵਿਜੂਅਲ ਦੀ ਨੀਡ ਡਿਫਰੈਂਟ ਹੈ। ਇਸ ਕਰਕੇ ਇੱਕ ਬੈਂਕ ਦੇ ਨਾਲ ਜਾ ਕੇ ਜੇ ਤੁਸੀਂ ਫਾਈਲ ਲਾਉਣ ਦੀ ਕੋਸ਼ਿਸ਼ ਕਰਦੇ ਹੋ, ਤੁਹਾਡੀਆਂ ਸਾਰੀਆਂ ਨੀਡ ਪੂਰੀਆਂ ਨਹੀਂ ਹੋ ਸਕਦੀਆਂ। ਤੁਸੀਂ ਬ੍ਰੋਕਰ ਕੋਲ ਹੀ ਆਉਣਾ, ਔਰ ਬ੍ਰੋਕਰ ਵੀ ਇੱਕੋ ਕੋਲੇ ਆਉਣਾ, ਔਰ ਦਿਲ ਤੇ ਦਿਮਾਗ ਤੇ ਜ਼ੋਰ ਨਹੀਂ ਪਾਉਣਾ। ਹਰ ਮੌਰਗੇਜ ਵਾਸਤੇ ਵਿਨੇ ਸ਼ਰਮਾ ਦਾ ਨੰਬਰ ਕਮਾਉਣਾ। ਮੈਂ ਇਹੀ ਕਹਿਣਾ ਸੀ, ਤੁਹਾਡੇ ਕੋਲ ਹੀ ਆ ਸਕਦੇ ਆ, ਫਿਰ ਇਹ ਵਧੀਆ ਆਪਸ਼ਨ ਹੋ ਸਕਦੀ ਹੈ। ਤੇ ਨਾਲ ਹੁਣ ਕਈ ਵਾਰ ਹੁੰਦਾ ਕਿ ਅਸੀਂ ਸੋਚ ਵੀ ਰਹੇ ਹੁੰਨੇ ਆ, ਜਿਵੇਂ ਤੁਸੀਂ ਕਿਹਾ ਕਿ ਮਨ 'ਚ ਸਾਨੂੰ ਹੋਣਾ ਚਾਹੀਦਾ, ਅਸੀਂ ਕਰ ਲੈਣਾ, ਸੋਚ ਵੀ ਰਹੇ ਹੁੰਨੇ ਆ, ਫਿਰ ਸੋਚਦੇ ਆ ਸ਼ਾਇਦ ਜਾਇਆ ਜਾਵੇ, ਕਿਸੇ ਨਾਲ ਗੱਲ ਕੀਤੀ ਜਾਵੇ। ਅੱਜ ਕੱਲ ਕੈਲਕੂਲੇਟਰ ਆ ਗਏ ਨੇ ਆਨਲਾਈਨ, ਉਹ ਕਿੰਨੇ ਕੁ ਬੈਨੀਫੀਸ਼ੀਅਲ ਹੋ ਸਕਦੇ? ਹਾਂ, ਤੁਹਾਨੂੰ ਡੈਫੀਨਿਟਲੀ ਆਈਡੀਆ ਮਿਲ ਜਾਂਦਾ। ਤੁਸੀਂ ਕਿਸੇ ਵੀ ਬੈਂਕ ਦੇ ਆਨਲਾਈਨ ਕੈਲਕੂਲੇਟਰ ਜਾ ਸਕਦੇ ਹੋ, ਪਰ ਉੱਥੇ ਤੁਸੀਂ ਆਪਦੀ ਇਨਫੋਰਮੇਸ਼ਨ ਨਹੀਂ ਪਾਉਣੀ, ਖਿਆਲ ਰੱਖਣਾ ਬਹੁਤ ਜ਼ਰੂਰੀ, ਕਿਉਂਕਿ ਕਈ ਵਾਰ ਤੁਸੀਂ ਆਪਦੀ ਇਨਫੋਰਮੇਸ਼ਨ ਪਾਉਂਦੇ ਹੋ, ਨਾਮ, ਫੋਨ ਨੰਬਰ, ਸਿਨ ਨੰਬਰ, ਉਹ ਕੈਲਕੂਲੇਟਰ ਯੂਜ਼ ਕਰੋ ਜਿੱਥੇ ਇਨਫੋਰਮੇਸ਼ਨ ਪਾਉਣ ਦੀ ਲੋੜ ਨਹੀਂ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਅਸੀਂ ਇਹ ਨਹੀਂ ਕਹਿੰਦੇ ਵੀ ਜੇ ਕਿਸੇ ਨੇ ਸਾਨੂੰ ਪੁੱਛ ਲਿਆ ਤੇ ਸਾਡੇ ਕੋਲ ਮੌਰਗੇਜ ਲਵੇ ਹੀ ਲਵੇ, ਆਪਾਂ ਤੁਹਾਨੂੰ ਮੋਟੇ ਤੌਰ ਤੇ ਦੱਸ ਦਿੰਦੇ ਹਾਂ ਕਿ ਤੁਹਾਡੀ ਕਿੰਨੀ ਇਨਕਮ ਨਾਲ ਤੁਸੀਂ ਕਿੰਨੇ ਲਈ ਕੁਆਲੀਫਾਈ ਕਰਦੇ ਆ। ਕੈਲਕੂਲੇਟਰ ਦੀ ਵੀ ਲੋੜ ਨਹੀਂ, ਮੈਂ ਇੱਕ ਸਿੰਪਲ ਮੈਥ ਅੱਜ ਦੱਸ ਦਿੰਦਾ ਜਿਹਦੇ ਨਾਲ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਤੁਸੀਂ ਕਿੰਨੇ ਲਈ ਕੁਆਲੀਫਾਈ ਕਰਦੇ ਹੋ। ਜਿਸ ਬੰਦੇ ਦੀ ਇਨਕਮ 20,000 ਡਾਲਰ ਦੀ ਆ, ਉਹ 1 ਲੱਖ ਲਈ ਕੁਆਲੀਫਾਈ ਕਰਦਾ। ਜੇ ਉਸ ਫੈਮਿਲੀ ਦੀ ਇਨਕਮ 40,000 ਹੋਵੇ, ਉਹ 2 ਲੱਖ ਲਈ ਕੁਆਲੀਫਾਈ ਕਰਦੇ ਨੇ। 60,000 ਦੀ ਹੋ ਗਈ 3 ਲੱਖ ਲਈ ਕਰਦੇ ਨੇ। 80,000 ਦੀ ਹੋ ਗਈ 4 ਲੱਖ ਲਈ ਕਰਦੇ ਨੇ। 1 ਲੱਖ ਡਾਲਰ ਦੀ ਇਨਕਮ ਆ ਤੇ 5 ਲੱਖ ਲਈ ਕੁਆਲੀਫਾਈ ਕਰਦੇ ਨੇ। ਸੋ ਜਿੰਨੀ ਮੌਰਗੇਜ ਵਧਾਉਣੀ ਆ ਉਨੀ ਇਨਕਮ ਵਧਾਈ ਜਾਓ। ਆਪਦੀ ਇਨਕਮ ਜੇ ਅਸੀਂ ਫੈਮਿਲੀ 'ਚ 2, 4, 3 ਜਿੰਨੇ ਵੀ ਬੰਦੇ ਹੋ ਟੋਟਲ ਉਹਦਾ ਕਰ ਲਓ ਤੇ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ, ਸੋ 20,000 ਦੇ ਨਾਲ 1 ਲੱਖ ਮਲਟੀਪਲਾਈ ਬਾਈ 5, ਜਿੰਨੀ ਵੀ ਇਨਕਮ ਹੈ ਮਲਟੀਪਲਾਈ ਬਾਈ 5 ਕਰ ਲਓ, ਉਨੀ ਤੁਹਾਡੀ ਕੁਆਲੀਫਿਕੇਸ਼ਨ ਹੈ। ਇਹ ਦੇਸੀ ਕੈਲਕੂਲੇਟਰ ਮੈਂ ਦੱਸ ਦਿੱਤਾ, ਜਿਹੜਾ ਕਿ ਉਂਗਲਾਂ ਤੇ ਆਪਾਂ ਕਰ ਸਕਦੇ ਹਾਂ। ਸਾਨੂੰ ਕੋਈ ਕੰਪਿਊਟਰ ਤੇ ਜਾਣ ਦੀ ਲੋੜ ਨਹੀਂ, ਕੋਈ ਫੋਨ ਤੇ, ਕੋਈ ਟੈਬਲੇਟ ਤੇ ਜਾਣ ਦੀ ਲੋੜ ਨਹੀਂ। ਇਨਕਮ ਘੱਟ ਹੈ ਫਿਰ ਤੁਹਾਨੂੰ ਡਾਊਨ ਵਧਾਉਣੀ ਪੈਣੀ ਹੈ। ਸੋ ਇਹ ਚੀਜ਼ਾਂ ਤੁਹਾਨੂੰ ਤੁਹਾਡੇ ਨਾਲ ਗੱਲ ਕਰਕੇ ਹੀ ਪਤਾ ਲੱਗਣੀਆਂ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਨਾਲ ਗੱਲ ਕਰਕੇ ਜਿਹੜੀਆਂ ਫਾਈਂਡ ਆਊਟ ਅਸੀਂ ਕਰ ਸਕਦੇ ਹਾਂ। ਪਰ ਅੱਜ ਤੁਸੀਂ ਬਹੁਤ ਸਾਰੀਆਂ ਟਿਪਸ ਦਿੱਤੀਆਂ, ਅੱਜ ਇੱਕ ਨਹੀਂ ਦੋ ਨਹੀਂ, ਅੱਜ ਕਿੰਨੀਆਂ ਜ਼ਿਆਦਾ ਟਿਪਸ ਸਾਡੇ ਵਿਊਅਰਸ ਤੱਕ ਚਲੀਆਂ ਗਈਆਂ ਹੋਣੀਆਂ, ਜਿਹੜੇ ਸੋਚ ਰਹੇ ਹੋਣੇ ਆ। ਅੱਜ ਪੱਕਾ ਉਹਨਾਂ ਨੇ ਮਨ ਬਣਾ ਲਿਆ ਹੋਣਾ ਕਿ ਹੁਣ ਕ੍ਰਿਸਮਸ ਦੇ ਦਿਨ ਆ, 10 ਕੁ ਦਿਨ ਜਿਹੜੇ ਵਰਕਿੰਗ ਡੇ ਆ, ਉਸ ਡੇ ਦੇ
ਵਿੱਚ ਕੰਮ ਜ਼ਰੂਰ ਕੀਤਾ ਜਾਵੇ, ਮੌਰਗੇਜ ਤੇ ਵਰਕ ਕੀਤਾ ਜਾਵੇ, ਉਹਨਾਂ ਨੂੰ ਕੀ ਕਹੋਗੇ, ਮੈਸੇਜ ਕੀ ਹੈ ਤੁਹਾਡਾ? ਜੀ ਮੇਰਾ ਸਾਰਿਆਂ ਨੂੰ ਇਹ ਮੈਸੇਜ ਹੈ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਆਪਣਾ ਦੇਸ਼ ਛੱਡ ਕੇ ਇਸ ਕੰਟਰੀ 'ਚ ਆਏ ਹਾਂ, ਕੈਨੇਡਾ 'ਚ ਆਏ ਹਾਂ, ਔਰ ਕੈਨੇਡਾ ਦੇ ਵਿੱਚ ਤੁਸੀਂ ਜਦੋਂ ਆਉਂਦੇ ਹੋ ਤੇ ਆਪਣੇ ਮਨ ਦੇ ਵਿੱਚ ਇੱਛਾ, ਤੁਹਾਡੇ ਸ਼ਕਤੀ ਹੈ, ਆਪਦੀ ਪ੍ਰਾਪਰਟੀ ਲੈਣਾ ਚਾਹੁੰਦੇ ਹੋ, ਸ਼ੁਰੂਆਤ ਛੋਟੀ ਪ੍ਰਾਪਰਟੀ ਤੋਂ ਕਰੋ, ਟਾਊਨ ਹਾਊਸ ਨਹੀਂ ਲੈਣਾ ਤਾਂ ਕੌਂਡੋ ਤੋਂ ਕਰ ਲਓ, ਧੀਰੇ ਧੀਰੇ ਫਿਰ ਇੱਥੇ ਇੱਕ ਜਿਹੜਾ ਬੰਦਾ ਹੈ ਉਹ ਇੱਕ ਘਰ ਦੇ ਵਿੱਚ ਬਹੁਤ ਜ਼ਿਆਦਾ ਰਹਿੰਦਾ ਨਹੀਂ, 5 ਤੋਂ 7 ਸਾਲ ਤੋਂ ਬਾਅਦ ਲੋਕ ਚੇਂਜ ਕਰ ਜਾਂਦੇ ਨੇ ਆਪਣੀ ਪ੍ਰਾਪਰਟੀ ਘਰ। ਧੀਰੇ ਧੀਰੇ ਤੁਸੀਂ ਉੱਪਰ ਨੂੰ ਜਾਓ, ਵੱਡੇ ਘਰਾਂ ਵੱਲ ਨੂੰ ਜਾਓ, ਫਿਰ ਮਲਟੀਪਲ ਪ੍ਰਾਪਰਟੀਜ਼ ਲਓ। ਕੋਈ ਵੀ ਕੁਐਸਚਨ ਹੈ ਬਿਲਕੁਲ ਵੀ ਮਨ ਦੇ ਵਿੱਚ ਹਿਚਕਿਚਾਉਣ ਦੀ ਲੋੜ ਨਹੀਂ, ਤੁਸੀਂ ਰਾਈਟ ਵੇ ਮੈਨੂੰ ਕਾਲ ਕਰੋ, ਮੈਸੇਜ ਕਰੋ, ਮੇਰੇ ਨੰਬਰ ਸਕਰੀਨ ਤੇ ਨੇ, ਮੇਰੀ ਵੈਬਸਾਈਟ ਹੈ timesmortgages.ca, timesmortgages.com, ਮੈਨੂੰ ਸੋਸ਼ਲ ਮੀਡੀਆ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਆਪਣੇ ਕੁਐਸਚਨ ਪੁੱਛੋ। ਔਰ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਮੇਰੇ ਕੋਲੋਂ ਮੌਰਗੇਜ ਲੈਣੀ ਹੈ, ਆਪਣੇ ਸਵਾਲ ਪੁੱਛੋ, ਸਵਾਲਾਂ ਦੇ ਜਵਾਬ ਲਓ, ਆਪਣਾ ਹੋਮਵਰਕ ਕਰੋ ਔਰ ਆਪਣੇ ਘਰ 'ਚ ਸਲਾਹ ਕਰੋ, ਉਸ ਤੋਂ ਬਾਅਦ ਡਿਸਾਈਡ ਕਰਕੇ ਪ੍ਰਾਪਰਟੀ ਲਓ, ਕਿਉਂਕਿ ਪ੍ਰਾਪਰਟੀ ਪੂਰੀ ਦੁਨੀਆ ਦੇ ਵਿੱਚ ਵੱਧਦੀ ਹੈ। ਇਹ ਉਹ ਇਨਵੈਸਟਮੈਂਟ ਹੈ ਜਿਹੜੀ ਕਦੀ ਨਹੀਂ ਘਟੀ। ਤੁਸੀਂ ਆਪਣੇ ਆਪ ਨੂੰ ਦੇਖੋ, ਆਪਣੇ ਦੋਸਤਾਂ ਨੂੰ ਦੇਖੋ, ਆਪਣੇ ਪੇਰੈਂਟਸ ਨੂੰ ਦੇਖੋ, ਆਪਣੇ ਗ੍ਰੈਂਡਫਾਦਰ ਨੂੰ ਦੇਖੋਗੇ, ਜਿਹੜੀਆਂ ਪ੍ਰਾਪਰਟੀਆਂ ਤੁਹਾਡੇ ਗ੍ਰੈਂਡਫਾਦਰ ਦੇ ਟਾਈਮ ਤੇ ਸੀ ਉਸ ਤੋਂ ਘਟੀਆਂ ਤਾਂ ਨਹੀਂ, ਕਿੰਨੀਆਂ ਗੁਣਾ ਵੱਧ ਗਈਆਂ। ਜਿਹੜੀਆਂ ਪ੍ਰਾਪਰਟੀ ਤੁਹਾਡੇ ਫਾਦਰਸ ਦੇ ਟਾਈਮ ਸਨ ਉਸ ਤੋਂ ਵੱਧ ਚੁੱਕੀਆਂ। ਆਪਣੇ ਵੀ ਆਲੇ ਦੁਆਲੇ ਨਿਗਾਹ ਮਾਰੋਗੇ ਤਾਂ ਪ੍ਰਾਪਰਟੀ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਵੱਧਦੀ ਹੈ। ਸੋ ਘਰ ਦੀ ਇਨਵੈਸਟਮੈਂਟ ਬੈਸਟ ਇਨਵੈਸਟਮੈਂਟ ਹੈ, ਇਹਨੂੰ ਜ਼ਰੂਰ ਕਰੋ। ਜਿੰਨੇ ਕੁ ਪੈਸੇ ਨੇ ਤੁਹਾਡੇ ਕੋਲ ਉਨੀ ਡਾਊਨ ਪੇਮੈਂਟ ਦਿਓ, ਆਪਣੀ ਇਨਕਮਸ ਨੂੰ ਇੰਪਰੂਵ ਕਰੋ। ਜੇ ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈ ਮੈਨੂੰ ਕਾਲ ਕਰੋ, ਆਪਾਂ ਬੈਠਾਂਗੇ, ਇੱਕ ਵਧੀਆ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਔਰ ਤੁਹਾਨੂੰ ਪ੍ਰਾਪਰਟੀ ਲੈ ਕੇ ਦੇਵਾਂਗੇ। ਥੈਂਕ ਯੂ ਸੋ ਮਚ ਸ਼ਰਮਾ ਜੀ, ਥੈਂਕ ਯੂ ਸੋ ਮਚ ਇੰਟਰਵਿਊ ਦੇ ਲਈ, ਤੇ ਉਮੀਦ ਹੈ ਕਿ ਅਗਲੇ ਹਫਤੇ ਤੁਹਾਡੇ ਨਾਲ ਫਿਰ ਗੱਲ ਹੋਏਗੀ ਤੇ ਹੋਰ ਸਵਾਲਾਂ ਦੇ ਜਵਾਬ ਤੁਹਾਡੇ ਤੋਂ ਮਿਲਣਗੇ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਔਰ ਮੈਨੂੰ ਬਹੁਤ ਅੱਛਾ ਲੱਗਦਾ ਕਿਉਂਕਿ ਮੇਰੀ ਵੀ ਨੌਲੇਜ ਵਾਧਾ ਹੁੰਦਾ ਜਦੋਂ ਮੈਂ ਆਉਣਾ, ਤਿੱਖੇ ਤੇਜ਼ ਤੁਸੀਂ ਸਵਾਲ ਪੁੱਛਦੇ ਹੋ ਔਰ ਉਹਨਾਂ ਦੇ ਜਵਾਬ ਦੇਣ ਲਈ ਮੈਨੂੰ ਵੀ ਬਿਲਕੁਲ ਤਿਆਰ ਰਹਿਣਾ ਪੈਂਦਾ। ਅੱਛੀ ਗੱਲ ਹੈ, ਪਰ ਸਭ ਤੋਂ ਵਧੀਆ ਗੱਲ ਹੈ ਕਿ ਇਹ ਨੌਲੇਜੇਬਲ ਆਪਾਂ ਇੱਕ ਪ੍ਰੋਗਰਾਮ ਜਿਹੜਾ ਹੁਣ ਹਰ ਵੀਕ ਕਰਿਆ ਕਰਨਾ, ਅਸੀਂ ਮਿਸ ਨਹੀਂ ਕਰਨਾ ਬਿਲਕੁਲ ਵੀ। ਇਹ ਨੌਲੇਜ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਨੌਲੇਜ ਮਿਲਦੀ ਹੈ, ਉਹ ਆਪਣੇ ਪਹਿਲੇ ਦੂਜੇ ਤੀਜੇ ਘਰ ਜਿਹੜਾ ਵੀ ਲੈਣਾ ਚਾਹੁੰਦੇ ਨੇ ਉਹ ਲੈ ਸਕਦੇ ਨੇ, ਆਪਣੇ ਘਰ 'ਚ ਮੂਵ ਹੁੰਦੇ ਨੇ। ਜਿਹੜੀਆਂ ਬੇਸਮੈਂਟ ਜਾਂ ਰੈਂਟਲ ਪ੍ਰਾਪਰਟੀ 'ਚ ਆਪਾਂ ਰੈਂਟ ਦਿੰਦੇ ਆ ਉਹ ਤੁਹਾਨੂੰ ਵਾਪਸ ਕਦੇ ਨਹੀਂ ਮਿਲਦਾ, ਜਿਹੜਾ ਗਿਆ ਉਹ ਗਿਆ। ਘਰ ਦੇ ਵਿੱਚ ਜਿਹੜੀ ਆਪਾਂ ਕਿਸ਼ਤ ਦਿੰਦੇ ਆ ਉਹ 'ਚੋਂ ਕਾਫੀ ਅਮਾਊਂਟ ਤੁਹਾਡੀ ਜਿਹੜੀ ਹੈ ਉਹ ਇਕੁਇਟੀ ਜਾਂਦੀ ਹੈ, ਤੁਹਾਡੀ ਜਿਹੜੀ ਮੌਰਗੇਜ ਹੈ ਉਤਰ ਰਹੀ ਹੁੰਦੀ ਹੈ। ਇਸ ਕਰਕੇ ਆਪਣੇ ਘਰ 'ਚ ਜਾਣਾ ਵਧੀਆ ਫੈਸਲਾ ਹੈ। ਥੈਂਕ ਯੂ ਸੋ ਮਚ। ਬਿਲਕੁਲ ਜੀ, ਥੈਂਕ ਯੂ ਜੀ। ਥੈਂਕ ਯੂ। ਸੋ ਅੱਜ ਗੱਲਬਾਤ ਹੋਈ ਮੌਰਗੇਜ ਦੇ ਬਾਰੇ, ਬਹੁਤ ਸਾਰੀ ਟਿਪਸ ਅੱਜ ਮਿਲੀਆਂ ਨੇ, ਬਹੁਤ ਸਾਰੀਆਂ ਗੱਲਾਂ ਅੱਜ ਮਹੱਤਵਪੂਰਨ ਜਾਣਨ ਨੂੰ ਮਿਲੀਆਂ ਨੇ ਕਿ ਕੀ ਕੁਝ ਸਾਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਹੋਰ ਕੋਈ ਸਵਾਲ ਤੁਹਾਡੇ ਦਿਮਾਗ ਦੇ ਵਿੱਚ ਆ ਤਾਂ ਸਾਨੂੰ ਜ਼ਰੂਰ ਈਮੇਲ ਕਰੋ। ਤੁਸੀਂ ਮੈਨੂੰ ਈਮੇਲ ਕਰ ਸਕਦੇ ਆ, ਤੁਸੀਂ ਸ਼ਰਮਾ ਜੀ ਨੂੰ ਈਮੇਲ ਕਰ ਸਕਦੇ ਆ। ਪੂਰੀ ਜਿਹੜੀ ਡੀਟੇਲ ਸਾਡੀ ਸਕਰੀਨ ਦੇ ਉੱਤੇ ਆ ਰਹੀ ਹੈ, ਤੁਸੀਂ ਸਾਨੂੰ ਮੈਸੇਜ ਕਰ ਸਕਦੇ ਆ, ਈਮੇਲ ਕਰ ਸਕਦੇ ਆ, ਫੋਨ ਕਰ ਸਕਦੇ ਆ। ਤੇ ਜੇ ਤੁਸੀਂ ਸੋਚਦੇ ਆ ਕਿ ਤੁਸੀਂ ਇਨਵੈਸਟਮੈਂਟ ਕਰਨੀ ਹੈ, ਤੁਸੀਂ ਕਮਰਸ਼ੀਅਲ ਬਿਲਡਿੰਗ ਲੈਣੀ ਹੈ, ਕੋਈ ਵੀ ਤਰ੍ਹਾਂ ਦੀ ਜੇ ਤੁਸੀਂ ਮੌਰਗੇਜ ਚਾਹੁੰਦੇ ਆ ਤਾਂ ਜ਼ਰੂਰ ਕੰਟੈਕਟ ਕਰੋ ਤੇ ਤੁਹਾਡੇ ਤੱਕ ਇਹ ਪ੍ਰੋਗਰਾਮ ਲੈ ਕੇ ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। सब्सक्राइब our channel and press the bell icon ताकि कोई भी नवी अपडेट तुझे बिल्कुल भी मिस ना करो।